ਇਹ ਸੁਣ ਕੇ ਤੁਸੀਂ ਇਹ ਗੱਲਾਂ ਸੁਣ ਕੇ ਮੈਂ ਜਦੋਂ ਇਹੋ ਜਿਹੇ ਇੰਟਰਵਿਊ ਕੀਤੇ ਇਹ ਕਿਤੇ ਅਖਬਾਰਾਂ 'ਚ ਨਹੀਂ ਤੁਹਾਨੂੰ ਮਿਲੇ। ਜਿਹੜੀਆਂ ਗਾਂਧੀ ਜੀ ਦੇ ਨਾਲ ਔਰਤਾਂ ਸੀਗੀਆਂ ਉਹਨਾਂ ਨੂੰ ਵੀ ਮੈਂ ਇੰਟਰਵਿਊ ਕੀਤਾ, ਉਹਨਾਂ ਨੇ ਵੀ ਮੈਨੂੰ ਬੜੀਆਂ ਗੱਲਾਂ ਦੱਸੀਆਂ। ਇੱਥੋਂ ਤੱਕ ਕਿ ਮੈਨੂੰ ਦੁਰਗਾ ਦੇਵੀ ਵੋਰਾ ਨੇ ਦੱਸਿਆ ਕਿ ਆਪਣੇ ਪੇਟ 'ਤੇ ਉਹਨਾਂ ਨੇ ਬੰਬ ਬੰਨ੍ਹ ਕੇ ਬੰਬ ਸ਼ੈਲਸ ਜਿਹੜੇ ਨੇ ਉਹ ਬੰਨ੍ਹ ਕੇ ਸ਼ੋਅ ਕੀਤਾ ਪੁਲਿਸ ਨੂੰ ਕਿ ਮੈਂ ਪ੍ਰੈਗਨੈਂਟ ਔਰਤ ਹਾਂ। ਮੈਨੂੰ ਹਰਨਾਮ ਕੌਰ ਭੱਟਲ ਨੇ ਵੀ ਦੱਸਿਆ ਆਪਣੇ ਬਾਰੇ ਕਿ ਉਹਨਾਂ ਦੱਸਿਆ ਵੀ ਇੱਕ ਬੇਟੀ ਤਾਂ ਮੇਰੀ ਜੇਲ੍ਹ 'ਚ ਪੈਦਾ ਹੋਈ ਹੈ। ਮੈਂ ਕਿਹਾ ਤੁਸੀਂ ਤੇ ਤੁਹਾਨੂੰ ਤੁਹਾਡਾ ਤੇ ਸਰਕਾਰ ਜਾਂ ਅਸੀਂ ਜਾਂ ਦੇਸ਼ ਤੁਹਾਡਾ ਦੇਣਾ ਨਹੀਂ ਚੁਕਾ ਸਕਦਾ। ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦੀਆਂ ਔਰਤਾਂ ਜਾਂ ਇਸ ਸਾਰੇ ਜਿਹੜੇ ਸਟਰਗਲ ਦੇ ਵਿੱਚ ਸਾਰੀਆਂ ਔਰਤਾਂ ਦਾ ਕੰਟਰੀਬਿਊਸ਼ਨ ਕਿਉਂ ਨਹੀਂ ਇਤਿਹਾਸਕਾਰਾਂ ਵੱਲੋਂ ਲਿਖਿਆ ਜਾਂਦਾ? ਅਗਰ ਮੇਰਾ ਤੁਸੀਂ ਕਿਸੇ ਆਦਮੀ ਦੇ ਨਾਲ ਮੁਕਾਬਲਾ ਕਰੋ ਤੇ ਮੈਂ ਕੀ ਘੱਟ ਹਾਂ? ਉਹ ਕਹਿੰਦੀ ਮੈਂ ਨਾ ਰੋ ਸਕੀ, ਨਾ ਮੈਂ ਲਾਸਟ ਆਪਣੇ ਹਸਬੈਂਡ ਨੂੰ ਦੇਖਿਆ ਤੇ ਨਾ ਹੀ ਮੈਨੂੰ ਕੁਝ ਪਤਾ ਚੱਲਿਆ ਵੀ ਕੀ ਹੋਇਆ। ਕਹਿੰਦੀ ਮੈਂ ਬਸ ਆਪਣੇ ਦੁੱਖ ਨੂੰ ਆਪਣੇ ਅੰਦਰ ਪੀ ਲਿਆ। ਭਗਤ ਸਿੰਘ ਹੋਰਾਂ ਨੇ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਸਕੂਲ ਗਵਰਨਮੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਸੀ, ਉਹਨਾਂ ਨੇ ਛੱਡ ਦਿੱਤੇ ਗਵਰਨਮੈਂਟ ਸਕੂਲ, ਪੜ੍ਹਾਈ ਛੱਡ ਦਿੱਤੀ। ਰਾਜੇ ਜਿਹੜੇ ਸੀ ਉਹ ਕਿਸੇ ਨਾ ਕਿਸੇ ਵੇ ਨਾਲ ਅੰਗਰੇਜ਼ਾਂ ਦੇ ਸਮਰਥਕ ਸੀਗੇ, ਸਵਾਈ ਨਾਭਾ ਦੇ ਰਾਜੇ ਤੋਂ। ਮੇਰੇ ਹਸਬੈਂਡ ਦੀ ਤਾਂ 1981 ਵਿੱਚ ਡੈਥ ਹੋਈ ਸੀ। PhD ਮੈਂ 1990 ਵਿੱਚ ਕੀਤੀ। ਮੈਂ 1981 ਤੋਂ ਪੰਜਾਬ ਯੂਨੀਵਰਸਿਟੀ 'ਚ ਪ੍ਰੋਫੈਸਰ ਰਹੀ ਹਾਂ ਔਰ 2019 'ਚ ਮੈਂ ਰਿਟਾਇਰ ਹੋਈ ਹਾਂ ਐਟ ਦੀ ਏਜ ਆਫ 65। ਮੈਨੂੰ ਵੀ ਲੱਗਦਾ ਹੁੰਦਾ ਵੀ ਤੁਹਾਡੇ ਵਰਗੀਆਂ ਪਰਸਨੈਲਿਟੀਜ਼ ਦੀਆਂ ਵੀ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਇੰਟਰਵਿਊਜ਼ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਸੱਚੀ ਸਾਨੂੰ ਨਹੀਂ ਪਤਾ। ਅਸੀਂ ਬੇਸ਼ੱਕ ਅਸੀਂ ਕਿੰਨਾ ਮਰਜ਼ੀ ਕਹਿ ਲਈਏ ਕਿ ਸਾਨੂੰ ਸਾਡੇ ਮੁਲਕ ਦੀ, ਸਾਡੇ ਦੇਸ਼ ਦੀ, ਸਾਡੇ ਆਪਣੇ ਸੱਭਿਆਚਾਰ ਦੀ ਵਿਰਾਸਤ ਆ ਜਿਹੜੀ ਉਹ ਅਸੀਂ ਪੜ੍ਹਦੇ ਹਾਂ ਜਾਂ ਅਸੀਂ ਜਾਣਦੇ ਹਾਂ, ਪਰ ਨਹੀਂ ਜਾਣਦੇ ਅਸੀਂ, ਹੈ ਨਾ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਰੁਪਿੰਦਰ ਸੰਧੂ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਵਾਂਗੇ ਮੰਜੂ ਵਰਮਾ ਜੀ ਦੇ ਨਾਲ, ਜਿਹੜੇ ਕਿ ਯੂਨੀਵਰਸਿਟੀ ਤੋਂ ਰਿਟਾਇਰਡ ਪ੍ਰੋਫੈਸਰ ਨੇ। ਉਹਨਾਂ ਦੀ ਖਾਸੀਅਤ ਇਹ ਹੈ ਕਿ ਉਹਨਾਂ ਨੇ ਸਾਨੂੰ 1947 ਦੇ ਵਿੱਚ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਤਾਂ ਉਸ ਆਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਦੇ ਉੱਪਰ ਇੱਕ ਕਿਤਾਬ ਲਿਖੀ ਹੈ। ਉਹਨਾਂ ਦੀ ਆਪਣੀ ਜ਼ਿੰਦਗੀ ਦਾ ਸਫ਼ਰ ਬੇਹੱਦ ਖੂਬਸੂਰਤ ਹੈ ਤੇ ਹੋਰਨਾਂ ਲਈ ਪ੍ਰੇਰਨਾਦਾਇਕ ਹੈ। ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀ ਇਸ ਕਿਤਾਬ ਬਾਰੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਰੁਪਿੰਦਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਉਚੇਚਾ ਮੈਨੂੰ ਮਿਲਣ ਆਏ ਨੇ ਤੇ ਮੇਰੀ ਕਿਤਾਬ ਦੇ ਬਾਰੇ ਜਾਣਨ ਆਏ ਨੇ। ਬਹੁਤ-ਬਹੁਤ ਤੁਹਾਡਾ ਥੈਂਕ ਯੂ। ਅਸੀਂ ਜਦੋਂ ਕਾਰ 'ਚ ਆ ਰਹੇ ਸੀ ਨਾ ਤਾਂ ਮੈਂ ਕਿਸੇ ਦੀ ਕਵਿਤਾ ਪੜ੍ਹ ਰਹੀ ਸੀ ਇੱਕ, ਤੇ ਉਹ ਸੀਗਾ ਕਿ ਆਖਰੀ ਲਾਈਨ ਮੈਨੂੰ ਯਾਦ ਰਹਿ ਗਈ, ਸ਼ੁਰੂ ਵਾਲੀ ਯਾਦ ਨਹੀਂ ਰਹੀ। ਤਾਂ ਉਹਦੇ 'ਚ ਸੀ ਕਿ ਜਦੋਂ ਹੋਵੇ ਆਸ ਕਿਸੇ ਦੇ ਆਵਣ ਦੀ, ਉਦੋਂ ਕਾਲੇ ਕਾਂ ਵੀ ਸੋਹਣੇ ਲੱਗਦੇ ਨੇ। ਤੇ ਜਦੋਂ ਮੈਂ ਆਈ ਤਾਂ ਸੱਚੀ ਜਦੋਂ ਤੁਹਾਡਾ ਖੂਬਸੂਰਤ ਜਿਹਾ ਚਿਹਰਾ ਦੇਖਿਆ ਤਾਂ ਮਤਲਬ ਮੈਨੂੰ ਐਂ ਲੱਗਿਆ ਵੀ ਸ਼ਾਇਦ ਮੈਂ ਤੁਹਾਡੇ ਲਈ ਉਹ ਪੜ੍ਹੀ ਸੀ। ਬਹੁਤ ਤੁਹਾਡਾ ਥੈਂਕ ਯੂ। ਇਹ ਤੇ ਕਹਿੰਦੇ ਨੇ ਵੀ ਦੇਖਣ ਵਾਲੇ ਦੀਆਂ ਅੱਖਾਂ ਸੋਹਣੀਆਂ ਹੋਣੀਆਂ ਚਾਹੀਦੀਆਂ ਨੇ, ਸਾਰੀ ਦੁਨੀਆ ਹੀ ਸੋਹਣੀ ਲੱਗਦੀ ਹੈ। ਹਾਂਜੀ ਮੈਮ, ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਤੁਹਾਡੀ ਕਿਤਾਬ ਬਾਰੇ, ਤੁਹਾਡੀ ਜ਼ਿੰਦਗੀ ਬਾਰੇ, ਹੈ ਨਾ। ਸ਼ੁਰੂਆਤ ਕਰਦੀ ਹਾਂ ਮੈਂ ਕਿ ਇਹ ਕਿਤਾਬ ਤੁਸੀਂ ਲਿਖਣ ਬਾਰੇ ਕਿਵੇਂ ਸੋਚਿਆ? ਮਤਲਬ ਇੰਟਰਸਟ ਸੀਗਾ ਜਾਂ ਘਰ 'ਚੋਂ ਕੋਈ ਫਰੀਡਮ ਫਾਈਟਰ ਸੀ ਕਿ ਮੈਂ ਇਹਨਾਂ ਦੇ ਉੱਤੇ ਸੁਤੰਤਰਤਾ ਸੰਗਰਾਮੀਆਂ ਦੇ ਉੱਪਰ ਕੰਮ ਕਰਨਾ? ਇਸ ਤਰ੍ਹਾਂ ਹੈ ਰੁਪਿੰਦਰ ਜੀ, ਇਹ ਕਿਤਾਬ ਜਿਹੜੀ ਹੈ ਇਹ ਮੇਰਾ PhD ਦਾ ਥੀਸਿਸ ਹੈ। ਅੱਛਾ ਜੀ। ਤੇ ਜਦੋਂ ਮੈਂ PhD ਸ਼ੁਰੂ ਕਰਨੀ ਸੀ, ਮੈਂ ਤਕਰੀਬਨ ਸ਼ੁਰੂ ਕੀਤੀ ਹੈ 82 ਵਿੱਚ, 82-83 'ਚ ਸ਼ੁਰੂ ਕੀਤੀ ਸੀ। ਤੇ ਉਦੋਂ ਨਾ ਨਵਾਂ 1980 ਦੇ ਵਿੱਚ ਵਿਮਨ ਦਾ ਜਿਹੜਾ ਉਹ ਸੀ ਸਟੱਡੀ ਸੈਂਟਰ ਸ਼ੁਰੂ ਹੋਏ ਸੀ UGC ਵੱਲੋਂ। ਤੇ ਮੈਨੂੰ ਸਮਝ ਨਾ ਆਵੇ ਕਿ ਮੈਂ ਕਿਸ ਆਪਣੀ ਜਿਹੜੀ PhD ਹੈ ਉਹ ਕਿਸ ਸਬਜੈਕਟ ਦੇ ਉੱਤੇ ਕਰਾਂ, ਕਿ ਕਾਹਦੇ 'ਤੇ ਰਿਸਰਚ ਕਰਾਂ। ਫਿਰ ਉਹ ਕਿਉਂਕਿ 1980 ਦੇ ਵਿੱਚ ਜਦੋਂ UGC ਵੱਲੋਂ ਵਿਮਨ ਦੇ ਉੱਤੇ ਸਟੱਡੀ ਸੈਂਟਰ ਖੋਲ੍ਹੇ ਗਏ ਤੇ ਮੈਨੂੰ ਇੱਕ ਥੋੜ੍ਹੀ ਜਿਹੀ ਇੱਕ ਮੇਰੇ ਮਨ ਦੇ ਵਿੱਚ ਇੱਕ ਉਹ ਉੱਠੀ ਕਿ ਮੈਂ ਕਿਉਂ ਨਾ ਮੈਂ ਕੋਈ ਵਿਮਨ ਦੇ ਉੱਤੇ ਕੋਈ ਐਸਾ ਟੌਪਿਕ ਲਵਾਂ ਕਿ ਜਿਹੜਾ ਮੈਂ ਹਾਈਲਾਈਟ ਕਰ ਸਕਾਂ। ਫਿਰ ਕੁਛ ਆਪਣਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਥੋੜ੍ਹੇ ਜਿਹੇ ਉਤਾਰ ਚੜਾਵ ਮੇਰੀ ਜ਼ਿੰਦਗੀ ਦੇ ਬਹੁਤ ਆਏ
ਤੇ ਮੈਨੂੰ ਇਹ ਲੱਗਿਆ ਕਿ ਮੈਂ ਉਹਨਾਂ ਕੁਝ ਮੈਂ ਪੜ੍ਹਿਆ ਵੀ ਸੀਗਾ, ਕਿਉਂਕਿ ਮੈਂ ਇੱਕ ਇਤਿਹਾਸਕਾਰ ਹਾਂ। ਹਾਂਜੀ। ਹਿਸਟਰੀ ਦੀ ਮੈਂ ਐਮਏ ਕੀਤੀ ਸੀ, ਮੈਂ MCM DAV ਕਾਲਜ ਪੜ੍ਹਾਉਂਦੀ ਵੀ ਰਹੀ ਹਾਂ। ਤੇ 1981 ਦੇ ਵਿੱਚ ਮੈਂ ਪੰਜਾਬ ਯੂਨੀਵਰਸਿਟੀ ਜੁਆਇਨ ਕੀਤੀ। ਫਿਰ ਮੈਂ ਸੋਚਿਆ ਵੀ ਮੈਂ ਇਹੋ ਜਿਹੀਆਂ ਕੁਝ ਮੈਂ ਫਰੀडम ਫਾਈਟਰ ਜਿਹੜੀਆਂ ਵਿਮਨ ਸੀ ਉਹਨਾਂ ਦੇ ਬਾਰੇ ਇੱਕ ਦੋ ਦੇ ਬਾਰੇ ਪੜ੍ਹਿਆ, ਮੈਗਜ਼ੀਨਸ ਦੇ ਵਿੱਚ ਪੜ੍ਹਿਆ, ਅਖਬਾਰਾਂ ਦੇ ਵਿੱਚ ਪੜ੍ਹਿਆ, ਤੇ ਮੇਰੇ ਮਨ ਦੇ ਵਿੱਚ ਆਇਆ ਕਿ ਕੋਈ ਮੈਂ ਦੇਖਾਂ ਆਪਣੇ ਪੰਜਾਬ ਦੇ ਵਿੱਚ ਵੀ ਸੀ ਕੋਈ ਇਹੋ ਜਿਹੀਆਂ ਵਿਮਨ ਹੋਣ ਜਿਨ੍ਹਾਂ ਨੇ ਫਰੀडम ਮੂਵਮੈਂਟ ਦੇ ਉੱਤੇ ਕੰਮ ਕੀਤਾ ਹੋਵੇ। ਇੱਕ ਦੋ ਲੋਕਾਂ ਦੇ ਔਰਤਾਂ ਦੇ ਬਾਰੇ ਤਾਂ ਮੈਂ ਜਾਣਦੀ ਸੀ, ਜਿਸ ਸਮੇਂ ਰਾਣੀ ਜਿੰਦਾਂ ਦੇ ਬਾਰੇ ਜਾਣਦੀ ਸੀ, ਮਹਾਰਾਜਾ ਰਣਜੀਤ ਸਿੰਘ ਦੀ ਛੋਟੀ ਰਾਣੀ ਸੀ, ਉਹਨਾਂ ਦਾ ਥੋੜਾ ਮੈਂ ਰੋਲ ਪੜ੍ਹਿਆ ਹੋਇਆ ਸੀ, ਉਹ ਇਤਿਹਾਸ ਵਿੱਚ ਵੀ ਅਸੀਂ ਪੜ੍ਹਦੇ ਸੀਗੇ। ਫਿਰ ਮੈਂ ਕਿਹਾ ਚਲੋ ਮੈਂ ਦੇਖਦੀ ਹਾਂ, ਜ਼ਰੂਰ ਕੋਈ ਨਾ ਕੋਈ ਡੀਪਲੀ ਕੋਈ ਇਹੋ ਜਿਹਾ ਮੈਨੂੰ ਉਹ ਮਿਲ ਜਾਏ। ਫਿਰ ਮੈਂ ਇਹ ਟੌਪਿਕ ਸਿਲੈਕਟ ਕੀਤਾ। ਉਸ ਤੋਂ ਬਾਅਦ ਮੈਂ ਹੌਲੀ ਹੌਲੀ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਔਰ ਮੇਰਾ ਇੰਟਰਸਟ ਡਿਵੈਲਪ ਹੋਇਆ ਕਿ ਇਹਦੇ 'ਤੇ ਤਾਂ ਔਰਤਾਂ ਦਾ ਬਹੁਤ ਕੰਮ ਹੈ। ਜਦੋਂ ਤੁਸੀਂ ਸ਼ੁਰੂਆਤ ਕੀਤੀ ਹੈ ਨਾ, ਇੱਕ ਦੋ ਔਰਤਾਂ ਬਾਰੇ ਪਹਿਲਾਂ ਤੋਂ ਪੜ੍ਹਿਆ ਹੋਇਆ ਸੀਗਾ, ਮਹਾਰਾਣੀ ਜਿੰਦਾਂ ਦੀ ਤੁਸੀਂ ਗੱਲ ਕਰਦੇ ਹੋ, ਕਿੰਨੀਆਂ ਕੁ ਔਰਤਾਂ ਦੀ ਕਹਾਣੀ ਇਸ ਕਿਤਾਬ ਦੇ ਵਿੱਚ ਆ? ਕਿਤਾਬ ਦਾ ਨਾਂ ਹੈ ਦੀ ਰੋਲ ਆਫ ਵਿਮਨ ਇਨ ਦਾ ਫਰੀडम ਮੂਵਮੈਂਟ। ਤੁਸੀਂ ਸਾਰੇ ਜ਼ਰੂਰ ਇਸ ਕਿਤਾਬ ਨੂੰ ਪੜ੍ਹਿਓ, ਕਿਉਂਕਿ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਪੜ੍ਹਨਯੋਗ ਨੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਨੂੰ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਨੇ। ਮੈਮ, ਕਿੰਨੀਆਂ ਕੁ ਔਰਤਾਂ ਦਾ ਜਿਹੜਾ ਜ਼ਿਕਰ ਹੈ ਇਸ ਕਿਤਾਬ ਦੇਖੋ, ਦੇ? ਮੈਂ ਪਹਿਲੇ ਤਾਂ ਤੁਹਾਨੂੰ ਇਸ ਕਿਤਾਬ ਦੀ ਮੈਂ ਆਪਣੀ ਬੜਾਈ ਨਹੀਂ ਕਰ ਰਹੀ, ਮੈਂ ਆਪਣੀ ਪ੍ਰੇਜ਼ ਨਹੀਂ ਕਰ ਰਹੀ। ਮੈਂ ਸਿਰਫ ਇੱਕ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜੀ ਮੇਰੀ ਕਿਤਾਬ ਹੈ ਇਹ ਮੈਂ ਪਰਸਨਲ ਇੰਟਰਵਿਊਜ਼ ਤੇ ਬੇਸ ਕੀਤੀ ਹੈ। ਇਸ ਕਿਤਾਬ ਦੀ ਬਹੁਤ ਵੱਡੀ ਮੈਨੂੰ ਬਹੁਤ ਕਠਿਨਾਈਆਂ ਵੀ ਹੋਈਆਂ, ਔਕੜਾਂ ਦਾ ਸਾਹਮਣਾ ਕਰਨਾ ਪਿਆ। ਮੈਂ ਜਗ੍ਹਾ ਜਗ੍ਹਾ ਜਾ ਕੇ ਔਰਤਾਂ ਦਾ ਇੰਟਰਵਿਊ ਕੀਤਾ। ਮੈਂ ਇਹਦੇ 'ਚ ਬਹੁਤ ਸਾਰੀਆਂ ਔਰਤਾਂ ਸ਼ਾਮਿਲ ਕੀਤੀਆਂ ਨੇ, ਅਣਗਿਣਤ ਨੇ, ਕਿਉਂਕਿ ਜਦੋਂ ਔਰਤਾਂ ਜਲੂਸ ਵਿੱਚ ਪਾਰਟਿਸਿਪੇਟ ਕਰਦੀਆਂ ਨੇ, ਹੜਤਾਲ ਵਿੱਚ ਪਾਰਟਿਸਿਪੇਟ ਕਰਦੀਆਂ ਨੇ, ਜਾਂ ਕਿਸੇ ਸ਼ਰਾਬ ਦੀ ਦੁਕਾਨ ਦੇ ਅੱਗੇ ਉਹ ਧਰਨਾ ਦਿੰਦੀਆਂ ਨੇ, ਉਹ ਤਾਂ ਅਣਗਿਣਤ ਔਰਤਾਂ ਨੇ। ਜਿਹੜੀਆਂ ਮੇਨ ਲੀਡਰ ਸੀਗੀਆਂ ਉਹਨਾਂ ਨੂੰ ਮੈਂ ਲੱਭਣ ਦੀ ਕੋਸ਼ਿਸ਼ ਕੀਤੀ, ਇੱਕ ਇੱਕ ਕਰਕੇ ਉਹਨਾਂ ਦਾ ਐਡਰੈਸ ਲੱਭਿਆ, ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਸੌਖਾ ਨਹੀਂ ਸੀਗਾ ਉਹਨਾਂ ਨਾਲ ਇੰਟਰਵਿਊ ਕਰਨਾ। ਮੈਨੂੰ ਦਿੱਲੀ ਵੀ ਜਾਣਾ ਪਿਆ, ਮੈਂ ਗਾਜ਼ੀਆਬਾਦ ਵੀ ਗਈ, ਅੰਮ੍ਰਿਤਸਰ ਵੀ ਮੈਂ ਉਹ ਕੀਤਾ। ਫਿਰ ਮੈਂ ਜਿਹੜੀਆਂ ਗਾਂਧੀ ਜੀ ਦੇ ਨਾਲ ਔਰਤਾਂ ਸੀਗੀਆਂ ਉਹਨਾਂ ਨੂੰ ਵੀ ਮੈਂ ਇੰਟਰਵਿਊ ਕੀਤਾ, ਉਹਨਾਂ ਨੇ ਵੀ ਮੈਨੂੰ ਬੜੀਆਂ ਗੱਲਾਂ ਦੱਸੀਆਂ। ਇੱਥੋਂ ਤੱਕ ਕਿ ਤੁਸੀਂ ਯਕੀਨ ਨਹੀਂ ਕਰੋਗੇ, ਜਿਹੜੀ ਭਗਤ ਸਿੰਘ ਦੇ ਨਾਲ ਇੱਕ ਲੇਡੀ ਸੀ ਦੁਰਗਾ ਦੇਵੀ ਵੋਰਾ, ਜਿਹਨੂੰ ਪੰਜਾਬ ਨੇ ਸਨਮਾਨਿਤ ਵੀ ਕੀਤਾ ਸੀ, ਦੁਰਗਾ ਭਾਬੀ ਵੀ ਉਹਨੂੰ ਕਹਿੰਦੇ ਸੀਗੇ, ਉਹਨੂੰ ਵੀ ਮੈਂ ਮਿਲਣ ਗਾਜ਼ੀਆਬਾਦ ਗਈ। ਉਹਨਾਂ ਨੇ ਮੈਨੂੰ ਬਹੁਤ ਅੱਛੀਆਂ ਗੱਲਾਂ ਦੱਸੀਆਂ। ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਕ੍ਰਾਂਤੀਕਾਰੀ ਅੰਦੋਲਨ ਵਿੱਚ ਕਿੱਦਾਂ ਪਾਰਟਿਸਿਪੇਟ ਕੀਤਾ। ਕ੍ਰਾਂਤੀਕਾਰੀ ਅੰਦੋਲਨ 'ਚ ਪਾਰਟਿਸਿਪੇਟ ਕਰਨਾ ਆਸਾਨ ਨਹੀਂ ਸੀਗਾ। ਜਿਹੜਾ ਗਾਂਧੀ ਜੀ ਦਾ ਮੂਵਮੈਂਟ ਸੀ ਉਹ ਤੇ ਉਹਦੇ 'ਚ ਪਾਰਟਿਸਿਪੇਟ ਕਰਨਾ ਆਸਾਨ ਸੀ, ਕਿਉਂਕਿ ਉਹਦੇ ਵਿੱਚ ਤੇ ਸੀ ਵੀ ਗਾਂਧੀ ਜੀ ਨੇ ਕਹਿਤਾ ਵੀ ਅੱਜ ਤੁਸੀਂ ਧਰਨਾ ਦੇਣਾ ਹੈ ਤੇ ਉਹਨਾਂ ਨੇ ਧਰਨਾ ਲਗਾ ਲਿਆ। ਬਿਲਕੁਲ ਇੱਕ ਸ਼ਾਂਤਮਈ ਕਿਉਂਕਿ ਗਾਂਧੀ ਜੀ ਦੀ ਜਿਹੜੀ ਆਈਡੀਓਲੋਜੀ ਸੀ ਉਹ ਸੀ ਅਹਿੰਸਾਤਮਕ, ਕਿ ਹਿੰਸਾ ਨਹੀਂ ਕਰਨੀ, ਨਾ ਕਿਸੇ ਨੂੰ ਮਾਰਨਾ ਹੈ, ਨਾ ਕੋਈ ਲਾਠੀ ਚੁੱਕਣੀ ਹੈ, ਕਿਸੇ ਦੇ ਨਾਲ ਕੋਈ ਗਾਲੀ ਗਲੋਚ ਨਹੀਂ ਕਰਨਾ, ਕੁਛ ਨਹੀਂ, ਸ਼ਾਂਤਮਈ ਤਰੀਕੇ ਦੇ ਨਾਲ ਤੁਸੀਂ ਸਰਕਾਰ ਦਾ ਵਿਰੋਧ ਕਰਨਾ। ਇਹ ਉਹਨਾਂ ਦੀ ਆਈਡੀਓਲੋਜੀ ਸੀ। ਪਰ ਜਿਹੜੀ ਭਗਤ ਸਿੰਘ ਦੀ ਆਈਡੀਓਲੋਜੀ ਸੀ ਉਹ ਤੇ ਕ੍ਰਾਂਤੀਕਾਰੀ ਸੀ, ਉਹ ਐਕਸਟ੍ਰੀਮਿਸਟ ਕੁਆਲਿਟੀ ਸੀ ਉਹਨਾਂ ਦੀ। ਉਹ ਕਹਿੰਦੇ ਸੀ ਵੀ ਅਸੀਂ ਬੰਦੂਕਾਂ ਦੇ ਨਾਲ, ਗੋਲੀਆਂ ਦੇ ਨਾਲ ਔਰ ਬੰਬ ਗਿਰਾ ਕੇ, ਔਰ ਜਿਹੜੇ ਸਰਕਾਰੀ ਪਿੱਠੂ ਨੇ ਜਾਂ ਜਿਹੜੇ ਉਹਨਾਂ ਦੇ ਸਰਕਾਰੀ ਆਫੀਸਰਸ ਨੇ ਜਿਹੜੇ ਸਾਡੇ ਨਾਲ ਧੱਕਾ ਕਰ ਰਹੇ ਨੇ, ਉਹਨਾਂ ਨੂੰ ਅਸੀਂ ਮਾਰਨਾ ਹੈ, ਬਦਲਾ ਲੈਣਾ। ਤੇ ਉਹਨਾਂ ਦੀ ਆਈਡੀਓਲੋਜੀ ਅਲੱਗ ਸੀ। ਉਹਨਾਂ ਦੇ ਨਾਲ ਬਹੁਤ ਘੱਟ ਲੋਕ ਸ਼ਾਮਿਲ ਸੀ, ਕਿਉਂਕਿ ਲੋਕ ਡਰਦੇ ਸੀਗੇ। ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਅਗਰ ਕੋਈ ਕਿਸੇ ਕਿਸਮ ਦੀ ਵੀ ਇਹਨਾਂ ਦੀ ਮਦਦ ਕਰੇਗਾ, ਉਹ ਹੀ ਔਰ ਸ਼ੀ ਇਜ਼ ਲਾਇਬਲ ਫॉर 7 ਇਅਰਸ ਇੰਪ੍ਰਿਜ਼ਨਮੈਂਟ। ਤੇ 7 ਸਾਲ ਦੀ ਸਜ਼ਾ ਤਾਂ ਬਹੁਤ ਵੱਡੀ ਸੀ, ਟੌਰਚਰ ਵੀ ਕਰਦੇ ਸੀਗੇ। ਲੇਕਿਨ ਗਾਂਧੀ ਜੀ ਦੇ ਨਾਲ ਜਿਹੜੇ ਅੰਦੋਲਨਕਾਰੀ ਜਿਹੜੇ ਲੋਕ ਉਹਨਾਂ ਦੇ ਨਾਲ ਔਰਤਾਂ ਸ਼ਾਮਿਲ ਸੀ, ਉਹਨਾਂ ਨਾਲ ਤੇ ਬਹੁਤ ਤਾਦਾਦ ਵਿੱਚ ਔਰਤਾਂ ਸੀ। ਉਹ ਔਰਤਾਂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੁਰੂ ਵਿੱਚ ਤੇ ਅਰੈਸਟ ਨਹੀਂ ਕਰਦੇ ਸੀਗੇ। ਉਹਨਾਂ ਨੂੰ ਪਕੜ ਕੇ ਜਦੋਂ ਕੋਈ ਔਰਤਾਂ ਧਰਨਾ ਦਿੰਦੀਆਂ ਸੀ, ਹੜਤਾਲ ਕਰਦੀਆਂ ਸੀ ਜਾਂ ਜਲੂਸ ਵਿੱਚ ਜਾਂਦੀਆਂ ਸੀ, ਉਹਨਾਂ ਨੂੰ ਪੁਲਿਸ ਕੀ ਕਰਦੀ ਸੀ, ਆਪਣੀਆਂ ਜੀਪ ਵਿੱਚ ਬਿਠਾਉਂਦੀ ਸੀ, ਸਣੇ ਬੱਚੇ ਵੀ ਉਹਨਾਂ ਦੀ ਗੋਦੀ ਦੇ ਵਿੱਚ। ਉਹਨਾਂ ਨੇ ਦੱਸਿਆ ਮੈਨੂੰ ਔਰਤਾਂ ਨੇ, ਕਿਉਂਕਿ ਮੈਂ ਤਾਂ ਪਰਸਨਲ ਇੰਟਰਵਿਊਜ਼ ਲਿੱਤੇ, ਇਹ ਤੁਹਾਨੂੰ ਕਿਤਾਬਾਂ ਦੇ ਵਿੱਚ ਨਹੀਂ ਮਿਲੇਗਾ। ਇਹ ਮੈਂ ਪਰਸਨਲ ਇੰਟਰਵਿਊਜ਼ ਲਿੱਤੇ। ਉਹਨਾਂ ਨੇ ਮੈਨੂੰ ਇਹੋ ਜਿਹੀਆਂ ਸੋਹਣੀਆਂ ਗੱਲਾਂ ਦੱਸੀਆਂ ਕਿ ਮੇਰਾ ਮਨ ਖੁਸ਼ ਹੋ ਗਿਆ। ਉਹਨਾਂ ਨੇ ਦੱਸਿਆ ਕਿ ਅਸੀਂ ਜਦੋਂ ਕਿਤੇ ਧਰਨਾ ਦੇਣ ਜਾਂਦੇ ਸੀਗੇ
ਤੇ ਸਾਨੂੰ ਪੁਲਿਸ ਕੀ ਕਰਦੀ ਸੀ, ਆਪਣੀ ਜੀਪ 'ਚ ਬਿਠਾ ਕੇ ਸ਼ਹਿਰ ਤੋਂ ਬਾਹਰ ਛੱਡ ਆਉਂਦੀ ਸੀ। ਅੱਛਾ ਜੀ। ਸ਼ਹਿਰ ਤੋਂ ਬਾਹਰ ਹੂੰ। ਕਿੰਨੇ ਹੀ ਕਿਲੋਮੀਟਰ ਦੂਰ ਛੱਡ ਆਉਣਾ ਵੀ ਹੁਣੇ ਉੱਥੇ ਛੱਡ ਆਉਣਾ, ਹੁਣੇ ਤੁਰ ਕੇ ਵਾਪਸ ਆਉਣਗੀਆਂ ਤੇ ਕੱਲ ਨੂੰ ਇਹ ਫਿਰ ਧਰਨਾ ਨਹੀਂ ਦੇਣਗੀਆਂ। ਕਹਿੰਦੇ ਅਸੀਂ ਫਿਰ ਧਰਨੇ ਤੇ ਬੈਠ ਜਾਂਦੀਆਂ ਸੀ। ਅਸੀਂ ਉਹਨਾਂ ਦੀ ਗੱਲ ਹੀ ਨਹੀਂ ਸੀ ਸੁਣਨੀ। ਅਸੀਂ ਪੈਦਲ ਤੁਰ ਕੇ ਆ ਜਾਣਾ ਤੇ ਰੋਟੀ ਵੀ ਬੰਨ ਕੇ ਲੈ ਜਾਣਾ, ਬੱਚੇ ਵੀ ਕੁੱਛੜ ਚੁੱਕੇ ਹੋਏ, ਫਿਰ ਅਸੀਂ ਕਹਿੰਦੇ ਦੂਜੇ ਦਿਨ ਧਰਨੇ ਤੇ ਬਹਿ ਜਾਣਾ। ਇਹ ਉਹਨਾਂ ਦਾ ਤਰੀਕਾ ਸੀ ਵੀ ਬੇਸ਼ੱਕ ਉਹਨਾਂ ਨੂੰ ਛੱਡ ਆਈ ਪੁਲਿਸ, ਬਾਹਰ ਛੱਡ ਆਈ, ਲੇਕਿਨ ਉਹ ਫਿਰ ਵੀ ਅਗਲੇ ਦਿਨ ਫਿਰ ਧਰਨੇ ਤੇ ਆ ਜਾਂਦੇ ਸੀ। ਤੇ ਉਹ ਜਿਸ ਤਰ੍ਹਾਂ ਹੁਣ ਗਾਂਧੀ ਜੀ ਨੇ ਕਿਹਾ ਵੀ ਸਹਿਯੋਗ ਨਹੀਂ ਕਰਨਾ, 1920 ਦੇ ਵਿੱਚ ਉਹਨਾਂ ਨੇ ਨਾਨ ਕੋਆਪਰੇਸ਼ਨ ਮੂਵਮੈਂਟ ਸ਼ੁਰੂ ਕੀਤਾ। 1 ਅਗਸਤ 1920 ਨੂੰ ਸ਼ੁਰੂ ਕੀਤਾ। ਤੇ ਉਹਦੇ 'ਚ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਤਾਂ ਕਿਹਾ ਸੀ ਵੀ ਤੁਸੀਂ ਜਿਹੜੇ ਲੋਕ ਨੇ ਉਹ ਕੋਆਪਰੇਟ ਨਹੀਂ ਕਰਨਾ ਸਰਕਾਰ ਨਾਲ, ਉਹਨਾਂ ਦੇ ਸਰਕਾਰੀ ਅਦਾਰੇ ਛੱਡ ਦਿਓ, ਸਰਕਾਰੀ ਸਕੂਲ ਛੱਡ ਦਿਓ। ਤੇ ਬੱਚਿਆਂ ਨੇ ਛੱਡ ਦਿੱਤੇ ਸਕੂਲ। ਭਗਤ ਸਿੰਘ ਹੋਰਾਂ ਨੇ, ਉਹਨਾਂ ਦੇ ਜਿਹੜੇ ਸਾਥੀ ਸੀ, ਉਹਨਾਂ ਨੇ ਸਕੂਲ ਗਵਰਨਮੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਸੀ, ਉਹਨਾਂ ਨੇ ਛੱਡ ਦਿੱਤੇ ਗਵਰਨਮੈਂਟ ਸਕੂਲ, ਪੜ੍ਹਾਈ ਛੱਡ ਦਿੱਤੀ। ਹਾਂਜੀ। ਜਿਹੜੇ ਪ੍ਰਾਈਵੇਟ ਸਕੂਲ ਸੀਗੇ, ਜਿੱਦਾਂ DAV ਕਾਲਜ ਸੀਗੇ, ਨੈਸ਼ਨਲ ਕਾਲਜ ਸੀ, ਜਿਹੜੇ ਪ੍ਰਾਈਵੇਟ ਸੀ, ਉਹਨਾਂ 'ਚ ਜੁਆਇਨ ਕਰ ਲਿਆ। ਉਸ ਵੇਲੇ ਪ੍ਰਾਈਵੇਟ ਟਾਈਪ ਦੀ ਜਿਹੜੀ ਐਜੂਕੇਸ਼ਨ ਸੀ, ਜਿਹੜੀ ਸਵਦੇਸ਼ੀ ਸੀ, ਉਹ ਵੀ ਪ੍ਰਮੋਟ ਹੋਈ। ਅੱਛਾ। ਉੱਥੇ ਚਲੇ ਗਏ। ਠੀਕ ਹੈ। ਤੇ ਜਿਹੜੀਆਂ ਔਰਤਾਂ ਸੀ, ਹੁਣ ਉਹਨਾਂ ਨੇ ਕਿਹਾ ਵੀ ਆਪਣੇ ਤਗਮੇ ਦੇ ਦਿਓ, ਹਾਂਜੀ, ਆਪਣੇ ਤੁਸੀਂ ਵਕਾਲਤ ਛੱਡ ਦਿਓ। ਹੁਣ ਔਰਤਾਂ ਕੋਲ ਤੇ ਕੋਈ ਤਗਮੇ ਨਹੀਂ ਸੀਗੇ, ਬਿਲਕੁਲ। ਉਹ ਤੇ ਕੋਈ ਬਹੁਤੀਆਂ ਪੜ੍ਹੀਆਂ ਵੀ ਨਹੀਂ ਸੀਗੀਆਂ ਤੇ ਕੋਈ ਇੰਨਾ ਜ਼ਿਆਦਾ ਉਹਨਾਂ ਕੋਲ ਕੋਈ ਸਰੈਂਡਰ ਕਰਨ ਵਾਸਤੇ ਨਹੀਂ ਸੀ। ਪਰ ਫਿਰ ਵੀ ਉਹਨਾਂ ਨੇ ਕਿਹਾ, ਗਾਂਧੀ ਜੀ ਨੂੰ ਪੁੱਛਿਆ ਵੀ ਅਸੀਂ ਕੀ ਕਰਨਾ ਹੈ, ਸਾਡੇ ਲਈ ਕੀ ਹੁਕਮ ਹੈ। ਹਾਂਜੀ। ਹੁਣ ਜਿਸ ਤਰ੍ਹਾਂ ਮੈਨੂੰ ਡਾਕਟਰ ਸੁਸ਼ੀਲਾ ਨਈਅਰ ਸੀ, ਉਹ ਗਾਂਧੀ ਜੀ ਦੀ ਪਰਸਨਲ ਅਟੈਂਡੈਂਟ ਸੀ। ਹਾਂਜੀ, ਉਹਨਾਂ ਦੇ ਨਾਲ ਉਹਨਾਂ ਦੀ ਡਾਕਟਰ ਸੀ, ਪਰਸਨਲ ਅਟੈਂਡੈਂਟ ਸੀ ਤੇ ਉਹ ਵੀ ਪੰਜਾਬ ਦੀ ਸੀਗੀ। ਉਹਨਾਂ ਨੂੰ ਮੈਂ ਇੰਟਰਵਿਊ ਕਰਨ ਗਈ, ਦਿੱਲੀ ਗਈ ਉਹਨਾਂ ਨੂੰ ਇੰਟਰਵਿਊ ਕਰਨ। ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਮੈਂ ਰੋਹਤਕ ਰਹਿੰਦੀ ਸੀ, ਅਸੀਂ ਰੋਹਤਕ ਨੂੰ ਬਿਲੋਂਗ ਕਰਦੇ ਸੀਗੇ। ਤੇ ਕਹਿੰਦੇ ਉੱਥੇ ਰੋਹਤਕ ਦੇ ਵਿੱਚ ਗਾਂਧੀ ਜੀ ਆਏ ਫਸਟ ਟਾਈਮ, ਮੈਂ ਉਹਨਾਂ ਨੂੰ ਮੈਂ ਵੀ ਦੇਖਣ ਚਲੀ ਗਈ। ਛੋਟੀ ਜਿਹੀ ਉਮਰ ਸੀ ਮੇਰੀ, ਬੱਚੀ ਸੀ ਮੈਂ। ਕਹਿੰਦੀ ਮੈਂ ਦੇਖਿਆ ਉੱਥੇ ਜਿਹੜੀਆਂ ਹਰਿਆਣਵੀ ਔਰਤਾਂ ਸੀਗੀਆਂ, ਕਿਉਂਕਿ ਅਸੀਂ ਈਸਟ ਪੰਜਾਬ ਸੀ, ਹਰਿਆਣਾ ਸੀ, ਹੁਣ ਹਰਿਆਣਾ ਬਣ ਗਿਆ, ਪਹਿਲੇ ਉਹ ਈਸਟ ਪੰਜਾਬ ਸੀ। ਕਹਿੰਦੇ ਔਰਤਾਂ ਐਡੇ ਵੱਡੇ ਵੱਡੇ ਘੁੰਡ ਕੱਢ ਕੇ ਆਪਣੇ ਘੱਗਰੇ ਪਾ ਕੇ ਉੱਥੇ ਗਾਂਧੀ ਜੀ ਨੂੰ ਦੇਖਣ ਆਈਆਂ, ਕਿਉਂਕਿ ਉਹਨਾਂ ਵਾਸਤੇ ਇੱਕ ਸ਼ੋਅ ਸੀ ਕਿ ਗਾਂਧੀ ਕੌਣ ਹੈ, ਅਸੀਂ ਵੇਖਣਾ ਹੈ ਗਾਂਧੀ ਨੂੰ। ਗਾਂਧੀ ਗਾਂਧੀ ਸਾਰੇ ਕਰ ਰਹੇ ਨੇ, ਤੇ ਉਹ ਦੇਖਣ ਆਈਆਂ ਗਾਂਧੀ ਜੀ ਨੂੰ। ਤੇ ਕਹਿੰਦੇ ਬੜਾ ਇੰਥੂਜ਼ੀਆਜ਼ਮ ਸੀ ਔਰਤਾਂ ਦੇ ਵਿੱਚ। ਪੁੱਛਿਆ ਉਹਨਾਂ ਨੇ, ਅਸੀਂ ਕੀ ਕਰਨਾ ਹੈ, ਸਾਡੇ ਲਈ ਕੀ ਹੁਕਮ ਹੈ। ਗਾਂਧੀ ਜੀ ਨੇ ਕਿਹਾ ਵੀ ਉਹਨਾਂ ਕੋਲ ਤਗਮੇ ਨਹੀਂ ਸੀਗੇ, ਤੁਸੀਂ ਤਗਮੇ ਨਹੀਂ ਸਰੈਂਡਰ ਕਰ ਸਕਦੇ। ਉਹ ਕਹਿੰਦੇ ਤੁਸੀਂ ਤਾਂ ਬਹੁਤ ਕੁਝ ਕਰ ਸਕਦੇ ਹੋ। ਗਾਂਧੀ ਜੀ ਵਿਜ਼ਨਰੀ ਸੀਗੇ, ਕਿਉਂਕਿ ਉਹਨਾਂ ਦਾ ਜਿਹੜਾ ਪ੍ਰੋਗਰਾਮ ਸੀ ਉਹ ਇੱਕ ਅਹਿੰਸਾਤਮਕ ਸੀਗਾ। ਉਹਨਾਂ ਨੇ ਕਿਹਾ ਤੁਸੀਂ ਸਵਦੇਸ਼ੀ ਅਪਣਾਓ, ਤੁਸੀਂ ਖੱਦਰ ਪਾਓ ਤੇ ਤੁਸੀਂ ਚਰਖਾ ਕੱਤੋ। ਪੰਜਾਬ ਤੇ ਘਰ ਹੀ ਚਰਖਿਆਂ ਦਾ ਸੀਗਾ, ਇੱਥੇ ਤੇ ਚਰਖੇ ਉੱਤੇ ਪਤਾ ਨਹੀਂ ਕਿੰਨੇ ਹੀ ਲੋਕ ਗੀਤ ਲਿਖੇ ਹੋਏ ਨੇ। ਠੀਕ ਹੈ, ਚਰਖਾ ਮੇਰਾ ਰੰਗਲਾ ਤੇ ਪਤਾ ਨਹੀਂ ਕਿੰਨੇ ਇਹੋ ਜਿਹੇ ਗਾਣੇ ਲਿਖੇ ਹੋਏ ਨੇ। ਤੇ ਚਰਖੇ ਦੀ ਜਿਹੜੀ ਕੂਕ ਹੈ ਉਹ ਤੇ ਪੰਜਾਬ ਦੇ ਵਿੱਚ ਔਰਤਾਂ ਜਿਹੜੇ ਖਾਲੀ ਟਾਈਮ ਦੇ ਵਿੱਚ ਚਰਖਾ ਵੀ ਕੱਤਦੀਆਂ ਸੀ, ਆਪਣੇ ਹਸਬੈਂਡ ਦਾ ਇੰਤਜ਼ਾਰ ਵੀ ਕਰਦੀਆਂ ਸੀ, ਔਰ ਤਾਣਾ ਬਾਣਾ ਕਰਕੇ। ਇੱਥੇ ਤੇ ਪੰਜਾਬ ਦੇ ਵਿੱਚ ਖੱਡੀ ਜਿਹੜੀ ਹੈ, ਫੁਲਕਾਰੀ ਜਿਹੜੀ ਹੈ ਤੇ ਫੇਮਸ ਸੀਗੀ। ਫੁਲਕਾਰੀ ਬਣਦੀ ਖੱਦਰ ਦੇ ਉੱਤੇ ਹੈ। ਮੈਂ ਇਹਦੇ 'ਤੇ ਵੀ ਲੈਕਚਰ ਦਿੱਤਾ ਸੀ ਇੱਕ ਵਾਰੀ ਫੁਲਕਾਰੀ ਦੇ ਉੱਤੇ, ਤੇ ਲੋਕਾਂ ਨੇ ਬੜਾ ਉਹਨੂੰ ਉਹ ਕੀਤਾ, ਫੁਲਕਾਰੀ ਨੂੰ ਉਹਨਾਂ ਨੂੰ ਦੱਸਿਆ ਵੀ ਫੁਲਕਾਰੀ ਹੈ ਕੀ ਚੀਜ਼। ਤੇ ਉਹ ਔਰਤਾਂ ਨੂੰ ਉਹਨਾਂ ਨੇ ਕਿਹਾ ਵੀ ਗਾਂਧੀ ਜੀ ਨੇ 18 ਪੁਆਇੰਟ ਫਾਰਮੂਲਾ ਬਣਾਇਆ ਹੋਇਆ ਸੀ, ਉਹਨੂੰ ਉਹ ਰਚਨਾਤਮਕ ਕਾਰਜਕ੍ਰਮ ਕਹਿੰਦੇ ਸੀ। ਅੱਛਾ ਜੀ। ਉਹਦੇ ਵਿੱਚ ਉਹਨਾਂ ਨੇ ਕਿਹਾ ਔਰਤਾਂ ਨੂੰ ਵੀ ਖਾਦੀ ਅਪਣਾਓ, ਸਵਦੇਸ਼ੀ ਉਹ ਕਰੋ, ਚਰਖਾ ਕੱਤੋ, ਹਿੰਦੂ ਮੁਸਲਿਮ ਯੂਨਿਟੀ ਤੁਸੀਂ ਪ੍ਰਮੋਟ ਕਰੋ। ਤੁਸੀਂ ਜਿਹੜੇ ਮਹੱਲੇ 'ਚ ਰਹਿੰਦੇ ਹੋ ਉੱਥੇ ਮੁਸਲਮਾਨ ਰਹਿੰਦੇ ਨੇ, ਹਿੰਦੂ ਰਹਿੰਦੇ ਨੇ, ਸਿੱਖ ਨੇ, ਤੁਸੀਂ ਆਪਸ ਦੇ ਵਿੱਚ ਹਾਰਮਨੀ ਪੈਦਾ ਕਰੋ। ਇਹ ਤੁਹਾਡਾ ਕੰਮ ਹੈ, ਕਿਉਂਕਿ ਜਿਹੜੀ ਔਰਤ ਹੈ ਉਹ ਇੱਕ ਉਹਦੇ 'ਚ ਬੜੀ ਵੱਡੀ ਸ਼ਕਤੀ ਹੈ। ਗਾਂਧੀ ਜੀ ਨੇ ਤੇ ਪਤਾ ਨਹੀਂ ਔਰਤਾਂ ਦੇ ਉੱਤੇ ਕਿੰਨਾ ਹੀ ਲਿਖਿਆ ਹੈ। ਉਹ ਕਹਿੰਦੇ ਸੀ ਵੀ ਔਰਤਾਂ ਡੋਲਸ ਨਹੀਂ ਹੈਗੀਆਂ, ਉਹ ਤੇ ਬਹੁਤ ਬੜੀਆਂ ਜਿਹੜੀ ਉਹਨਾਂ ਦੇ ਵਿੱਚ ਤਾਕਤ ਹੈ ਕਿ ਉਹ ਜੇ ਚਾਹਣ ਤੇ ਉਹ ਲੋਕਾਂ ਨੂੰ, ਆਪਣੀ ਫੈਮਿਲੀ ਨੂੰ ਕਿਸ ਤਰ੍ਹਾਂ ਪੜ੍ਹਾ ਸਕਦੀਆਂ ਨੇ ਔਰ ਕਿਸ ਤਰ੍ਹਾਂ ਉਹਨਾਂ ਨੂੰ ਦੱਸ ਸਕਦੀਆਂ ਨੇ ਕਿ ਅਸੀਂ ਕੀ ਕਰਨਾ ਹੈ। ਕਹਿੰਦੇ ਉਹ ਤੇ ਆਦਮੀਆਂ ਤੋਂ ਜ਼ਿਆਦਾ ਤਾਕਤਵਰ ਨੇ। ਫਿਰ ਉਹ ਕਹਿੰਦੇ ਵੀ ਤੁਸੀਂ ਸਵਦੇਸ਼ੀ, ਖਾਦੀ ਔਰ ਹਿੰਦੂ ਮੁਸਲਿਮ ਯੂਨਿਟੀ ਔਰ ਉਹਨਾਂ ਦੇ ਹੋਰ ਜਿਹੜੇ ਵੀ ਛੋਟੇ ਛੋਟੇ ਜਿਹੜੇ ਘਰੇਲੂ ਉਦਯੋਗ ਨੇ ਉਹਨਾਂ ਨੂੰ ਤੁਸੀਂ ਪ੍ਰਮੋਟ ਕਰੋ। ਤੇ ਇਸ ਤਰ੍ਹਾਂ ਗਾਂਧੀ ਜੀ ਨੇ ਕਾਓ ਪ੍ਰੋਟੈਕਸ਼ਨ ਜਿਹੜੀ ਹੈ ਉਹ ਉਹਨਾਂ ਨੇ ਔਰਤਾਂ ਦੀ ਡਿਊਟੀ ਲਗਾਈ ਕਿ ਤੁਸੀਂ ਇਹ ਪ੍ਰੋਗਰਾਮ ਸ਼ਾਮਿਲ ਕਰੋ ਤਾਂ ਕਿ ਇਹਨੂੰ ਤੁਸੀਂ ਫੇਮਸ ਕਰੋ। ਤੇ ਔਰਤਾਂ ਨੇ ਅਪਣਾਏ ਉਹ ਪ੍ਰੋਗਰਾਮ, ਬਿਲਕੁਲ ਖਾਦੀ ਅਪਣਾਇਆ। ਮੈਮ ਕੋਈ ਖਾਸ ਮੁਲਾਕਾਤ, ਜਿਵੇਂ ਇੱਕ
ਇਨਸੀਡੈਂਟ ਤੁਹਾਡਾ ਮੈਗਜ਼ੀਨ ਦੇ ਵਿੱਚ ਇੱਕ ਕੋਟ ਛਪਿਆ ਕਿ ਜਿਹੜੇ ਭਗਤ ਸਿੰਘ ਦੇ ਨਾਲ ਦੇਵੀ ਬੋਰਾ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਕਿ ਉਹਨਾਂ ਦੇ ਪਤੀ ਦੀ ਜਦੋਂ ਬੰਬ ਬਲਾਸਟ 'ਚ ਮੌਤ ਹੁੰਦੀ ਆ ਹਾਂਜੀ। ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਰੋਣਾ ਨਹੀਂ ਹੈ ਨਾ, ਕਿਉਂਕਿ ਹਾਂ। ਆਸ-ਪਾਸ ਲੋਕਾਂ ਹਾਂ, ਨੂੰ ਇਹ ਜਿਹੜਾ ਮੈਨੂੰ ਨਾ ਬਹੁਤ ਭਾਵੁਕ ਬੜੀ ਗੱਲ ਜਿਹੜੀ ਹੈ ਮੈਂ ਜਦੋਂ ਦੁਰਗਾ ਦੇਵੀ ਵੋਰਾ ਨੂੰ ਮਿਲਣ ਗਈ ਹਾਂਜੀ। ਉਸ ਵੇਲੇ ਤੇ ਉਹ ਬੜੀ 올ਡ ਏਜ ਦੇ ਸੀਗੇ, ਪਰ ਮੈਂ ਉਹਨਾਂ ਨੂੰ ਦੇਖ ਕੇ ਮੈਂ ਆਪਣਾ ਸਿਰ ਉਹਨਾਂ ਦੇ ਪੈਰਾਂ ਵਿੱਚ ਰੱਖ ਦਿੱਤਾ, ਕਿਉਂਕਿ ਇੱਕ ਬੜੀ ਜਿਹੜੀ ਲੇਡੀ ਉਹਨਾਂ ਨੇ ਦੱਸਿਆ, ਮੈਨੂੰ ਸਾਰਾ ਦੱਸਿਆ ਕਿ ਉਹਨਾਂ ਨੇ ਭਗਤ ਸਿੰਘ ਦੇ ਨਾਲ ਕਿੱਦਾਂ ਉਹਨਾਂ ਦੀ ਉਹਦੇ 'ਚ, ਕਿਉਂਕਿ ਜਿਹੜੇ ਦੁਰਗਾ ਦੇਵੀ ਵੋਰਾ ਸੀ ਉਹ ਯੂਪੀ ਨੂੰ ਬਿਲੋਂਗ ਕਰਦੀ ਸੀ, ਸ਼ੀ ਵਾਸ ਨਾਟ ਏ ਪੰਜਾਬੀ, ਪਰ ਉਹਨਾਂ ਦੀ ਮੈਰਿਜ ਜਿਹੜੀ ਉਹ ਭਗਵਤੀ ਚਰਨ ਵੋਰਾ ਨਾਲ ਹੋਈ ਜਿਹੜੇ ਪੰਜਾਬੀ ਪੰਜਾਬ ਸੀ। ਦੇ ਸੋ ਪੰਜਾਬ ਜਿਹੜਾ ਹੈ ਲਾਹੌਰ ਉਹਨਾਂ ਦਾ ਸੈਂਟਰ ਬਣ ਗਿਆ ਐਕਟੀਵਿਟੀਜ਼ ਦਾ, ਕਿਉਂਕਿ ਭਗਵਤੀ ਚਰਨ ਵੋਰਾ ਔਰ ਭਗਤ ਸਿੰਘ, ਯਸ਼ਪਾਲ, ਇਹ ਸਾਰੇ ਇੱਕ ਗਰੁੱਪ ਸੀਗਾ ਜਿਨ੍ਹਾਂ ਨੇ ਨੌਜਵਾਨ ਭਾਰਤ ਸਭਾ ਬਣਾਈ ਸੀ, ਤੇ ਉਸ ਤਰ੍ਹਾਂ ਫਿਰ ਦੁਰਗਾ ਦੇਵੀ ਵੋਰਾ ਜਿਹੜੀ ਹੈ ਉਹ ਵੀ ਇਹਨਾਂ ਦੀ ਮੂਵਮੈਂਟ ਵਿੱਚ ਆ ਗਈ। ਅੱਛਾ, ਜਿਹੜਾ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਜਿਹੜਾ ਕ੍ਰਾਂਤੀਕਾਰੀ ਅੰਦੋਲਨ ਹੈ ਉਹਦੇ ਵਿੱਚ ਜਿਹੜੀਆਂ ਔਰਤਾਂ ਦੀ ਪਾਰਟਿਸਿਪੇਸ਼ਨ ਉਹ ਲਿਮਿਟਿਡ ਹੈ, ਉਹ ਜ਼ਿਆਦਾ ਨਹੀਂ ਹੈ। ਬਿਲਕੁਲ। ਉਹਦੇ ਵਿੱਚ ਜਿਹੜਾ ਕ੍ਰਾਂਤੀਕਾਰੀ ਅੰਦੋਲਨ ਹੈ ਉਹਦੇ ਵਿੱਚ ਉਹਨਾਂ ਔਰਤਾਂ ਨੇ ਪਾਰਟਿਸਿਪੇਟ ਕੀਤਾ ਜਿਹੜੀਆਂ ਕਿ ਕ੍ਰਾਂਤੀਕਾਰੀਆਂ ਦੀਆਂ ਮਾਵਾਂ, ਬੀਵੀ, ਉਹਨਾਂ ਦੀ ਵਾਈਫ, ਭੈਣਾਂ, ਉਹਨਾਂ ਦੀ ਕੋਈ ਆਂਟੀ, ਕੋਈ ਉਹਨਾਂ ਦੇ ਜਿਹੜੇ ਕਲੋਜ਼ ਐਸੋਸੀਏਸ਼ਨ ਦੇ ਵਿੱਚ ਸੀਗੇ, ਉਹਨਾਂ ਨੇ ਪਾਰਟਿਸਿਪੇਟ ਕੀਤਾ। ਆਮ ਔਰਤਾਂ ਨੇ ਨਹੀਂ ਪਾਰਟਿਸਿਪੇਟ ਕੀਤਾ। ਆਮ ਜਿਹੜੀਆਂ ਮਾਸਿਸ ਹੈ ਉਹਨਾਂ ਨੇ ਗਾਂਧੀ ਦੇ ਮੂਵਮੈਂਟ 'ਚ ਪਾਰਟਿਸਿਪੇਟ ਕੀਤਾ। ਗਾਂਧੀ ਦੇ ਮੂਵਮੈਂਟ ਵਿੱਚ ਤੇ ਬਹੁਤ ਸਾਰੀਆਂ ਔਰਤਾਂ ਸੀ, ਉਹ ਤੇ ਨਿਕਲ ਆਈਆਂ ਸੀ ਘਰੋਂ ਆਪਣੇ, ਕਿਉਂਕਿ ਉਹਨਾਂ ਦੇ ਹਸਬੈਂਡ ਅਰੈਸਟ ਹੋਏ ਤੇ ਔਰਤ ਵੀ ਬਾਹਰ ਆ ਗਈ। ਉਹ ਕਹਿੰਦੇ ਅਸੀਂ ਤਮਾਸ਼ਾ ਨਹੀਂ ਦੇਖ ਸਕਦੇ ਸੀਗੇ, ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੀ। ਲੇਕਿਨ ਜਿਹੜੀ ਦੁਰਗਾ ਦੇਵੀ ਵੋਰਾ ਸੀ, ਕਿਉਂਕਿ ਭਗਵਤੀ ਚਰਨ ਵੋਰਾ ਕ੍ਰਾਂਤੀਕਾਰੀ ਸੀ, ਇਸ ਕਰਕੇ ਦੁਰਗਾ ਦੇਵੀ ਵੋਰਾ ਵੀ ਕ੍ਰਾਂਤੀਕਾਰੀ ਅੰਦੋਲਨ 'ਚ ਸ਼ਾਮਿਲ ਹੋ ਗਈ। ਪੈਸੇ ਇਕੱਠੇ ਕਰਨੇ, ਫੰਡ ਇਕੱਠਾ ਕਰਨਾ। ਉਹਨਾਂ ਦੇ ਨਾਲ ਇੱਕ ਹੋਰ ਲੜਕੀ ਸੀ ਜਿਹਦਾ ਨਾਮ ਸੁਸ਼ੀਲਾ ਮੋਹਨ ਸੀ, ਉਹ ਵੀ ਉਹਨਾਂ ਦੇ ਨਾਲ ਸ਼ਾਮਿਲ ਹੋ ਗਈ। ਇਹ ਦੋਨੋਂ ਮਿਲ ਕੇ ਜਗ੍ਹਾ ਜਗ੍ਹਾ ਫੰਡ ਵੀ ਇਕੱਠੇ ਕਰਦੀਆਂ ਸੀਗੀਆਂ, ਔਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜੇ ਮੈਸੇਜ ਨੇ ਪਹੁੰਚਾਉਣੇ ਨੇ ਉਹ ਵੀ ਪਹੁੰਚਾਉਂਦੀਆਂ ਸੀ। ਇੱਥੋਂ ਤੱਕ ਕਿ ਮੈਨੂੰ ਦੁਰਗਾ ਦੇਵੀ ਵੋਰਾ ਨੇ ਦੱਸਿਆ ਕਿ ਆਪਣੇ ਪੇਟ ਤੇ ਉਹਨਾਂ ਨੇ ਬੰਬ ਬੰਨ੍ਹ ਕੇ, ਬੰਬ ਸ਼ੈਲਸ ਜਿਹੜੇ ਨੇ ਉਹ ਬੰਨ੍ਹ ਕੇ ਸ਼ੋਅ ਕੀਤਾ ਪੁਲਿਸ ਨੂੰ ਕਿ ਮੈਂ ਪ੍ਰੈਗਨੈਂਟ ਔਰਤ ਹਾਂ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਹ ਲੈ ਕੇ ਗਏ। ਕਦੀ ਉਹ ਕਹਿੰਦੇ ਉਹਨਾਂ ਦਾ ਨਾ ਅਲੱਗ-ਅਲੱਗ ਉਹ ਤਰੀਕਾ ਅਪਣਾਉਂਦੇ ਸੀ ਬੰਬ ਲਿਜਾਣ ਦਾ, ਓਪਨ ਸ਼ੈਲਸ ਲਿਜਾਣ ਦਾ। ਕਦੀ ਉਹ ਜਿਹੜੇ ਰਸਟਿਕ ਜਿਹੇ ਕੱਪੜੇ ਪਾ ਲੈਂਦੇ ਸੀ, ਰਾਜਸਥਾਨੀ ਡਰੈਸ ਪਾ ਲੈਣੀ, ਬੋਰੀ 'ਚ ਭਰ ਲੈਣਾ, ਬੋਰੀ ਲੈ ਜਾਣੀ, ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਛੱਡ ਆਉਣੀ, ਆਪ ਮੁੜ ਆਉਣਾ, ਉੱਥੋਂ ਕੋਈ ਹੋਰ ਲੈ ਜਾਂਦਾ ਸੀਗਾ। ਮਤਲਬ ਉਹਨਾਂ ਨੇ ਅਲੱਗ-ਅਲੱਗ ਤਰੀਕੇ ਅਪਣਾਏ ਹੋਏ ਸੀ। ਤੇ ਬਾਕੀ ਜਿਹੜੀ ਦੁਰਗਾ ਦੇਵੀ ਵੋਰਾ ਹੈ, ਉਹ ਜਦੋਂ ਭਗਤ ਸਿੰਘ ਅਰੈਸਟ ਹੋ ਗਏ, ਸੌਂਡਰਸ ਦਾ ਮਰਡਰ ਹੋਇਆ ਲਾਹੌਰ ਦੇ ਵਿੱਚ 1928 ਦੇ ਵਿੱਚ, ਤੇ ਭਗਤ ਸਿੰਘ ਨੂੰ 1929 ਦੇ ਵਿੱਚ ਅਰੈਸਟ ਕਰ ਲਿੱਤਾ ਸੀ, ਅਪ੍ਰੈਲ 1929 ਚ, ਜਦੋਂ ਉਹਨਾਂ ਨੇ ਉੱਥੇ ਓਪਨ ਫਾਇਰ ਕੀਤਾ ਪਾਰਲੀਮੈਂਟ ਦੇ ਵਿੱਚ। ਭਗਤ ਸਿੰਘ ਅਰੈਸਟ ਹੋ ਗਏ। ਇਹਨਾਂ ਨੇ ਭਗਤ ਸਿੰਘ ਨੂੰ ਬਚਾਉਣਾ ਸੀਗਾ। ਇਹ ਆਪ ਹੀ ਆਪਣੀ ਇਹਨਾਂ ਨੇ ਬੰਬ ਫੈਕਟਰੀਆਂ ਬਣਾਈਆਂ ਹੋਈਆਂ ਸੀ, ਉੱਥੇ ਵੀ ਔਰਤਾਂ ਕੰਮ ਕਰਦੀਆਂ ਸੀ। ਅੱਛਾ ਜੀ। ਸਰਦਾਰ ਬਣ ਕੇ ਇੱਕ ਔਰਤ ਸੀਗੀ ਪ੍ਰਕਾਸ਼ ਕੌਰ, ਉਹਦਾ ਨਾਮ ਪ੍ਰਕਾਸ਼ਵਤੀ ਸੀ, ਉਹ ਯਸ਼ਪਾਲ ਦੀ ਵਾਈਫ ਸੀ। ਅੱਛਾ ਜੀ। ਉਹਨੇ ਬਾਅਦ ਚ ਯਸ਼ਪਾਲ ਨਾਲ ਜੇਲ੍ਹ ਦੇ ਵਿੱਚ ਹੀ ਸ਼ਾਦੀ ਕੀਤੀ, ਘਰ ਵੀ ਛੱਡਤਾ ਉਹਨੇ, ਉਹਨਾਂ ਦੇ ਪੇਰੈਂਟਸ ਨੇ ਘਰੋਂ ਕੱਢਤਾ ਉਹਨੂੰ ਵੀ ਜਾ ਇੱਥੋਂ, ਕਿਉਂਕਿ ਲੋਕ ਡਰਦੇ ਸੀ ਵੀ ਜੇ ਇਹ ਪਕੜੀ ਗਈ ਤੇ ਅਸੀਂ ਵੀ ਪਕੜੇ ਜਾਵਾਂਗੇ। ਅਗਲਾ ਸਵਾਲ ਮੈਂ ਇਹੀ ਤੁਹਾਨੂੰ ਕਰਨਾ ਚਾਹੁੰਦੀ ਸੀ ਕਿ ਪਰਿਵਾਰਾਂ ਦੇ ਰਵੱਈਏ ਕਿਵੇਂ ਦੇ ਸੀ, ਹੈ ਨਾ? ਉਹ ਵੀ ਮੈਂ ਤੁਹਾਨੂੰ ਦੱਸਾਂਗੀ। ਪਹਿਲੇ ਤੁਸੀਂ, ਮੈਂ ਦੁਰਗਾ ਦੇਵੀ ਵੋਰਾ ਦਾ ਤੁਹਾਨੂੰ ਦੱਸਦੀ ਹਾਂ, ਪਰਿਵਾਰ ਦਾ ਰਵੱਈਆ ਤੇ ਕਦੀ ਵੀ ਚੰਗਾ ਨਹੀਂ ਰਿਹਾ। ਬਹੁਤ ਘੱਟ ਪਰਿਵਾਰਾਂ ਨੇ ਮਦਦ ਕੀਤੀ ਹੈ ਆਪਣੇ ਲੜਕੀਆਂ ਦੀ ਜਾਂ ਆਪਣੇ ਡਾਟਰ ਇਨ ਲਾਜ਼ ਦੀ। ਤੇ ਉਹ ਦੁਰਗਾ ਦੇਵੀ ਵੋਰਾ ਨੇ ਮੈਨੂੰ ਦੱਸਿਆ, ਕਹਿੰਦੇ ਅਸੀਂ ਬੰਬ ਬਣਾ ਰਹੇ ਸੀ, ਬੰਬ ਦੀਆਂ ਫੈਕਟਰੀ ਸੀ ਉੱਥੇ। ਇਹ ਪ੍ਰਕਾਸ਼ਵਤੀ ਵੀ ਕੰਮ ਕਰਦੀ ਸੀ, ਸੁਸ਼ੀਲਾ ਮੋਹਨ ਵੀ ਕੰਮ ਕਰਦੇ ਸੀ। ਫੈਕਟਰੀ ਦੇ ਬਾਹਰ ਲਿਖ ਦਿੰਦੇ ਸੀ ਸੋਪ ਫੈਕਟਰੀ, ਅੰਦਰ ਬੰਬ ਬਣ ਰਹੇ ਨੇ। ਇੱਕ ਝੰਡੇਵਾਲਾ ਸਟੇਟ ਦੇ ਵਿੱਚ ਸੀ ਫੈਕਟਰੀ, ਇੱਕ ਮੇਰਠ ਵਿੱਚ ਸੀਗੀ, ਇੱਕ ਫੈਕਟਰੀ ਦਿੱਲੀ ਵਿੱਚ ਸੀ, ਇੱਕ ਫੈਕਟਰੀ ਜਿਹੜੀ ਸੀ ਬਾਵਲਪੁਰ ਰੋਡ ਦੇ ਉੱਤੇ ਲਾਹੌਰ ਵਿੱਚ ਸੀਗੀ। ਤੇ ਉਹ ਕਹਿੰਦੇ ਅਸੀਂ ਫੈਕਟਰੀ ਦੇ ਵਿੱਚ ਜਿਹੜੇ ਬੰਬ ਬਣੇ, ਉਸ ਬੰਬ ਨੂੰ ਉਹ ਟੈਸਟ ਕਰ, ਉਹ ਬੰਬ ਸਿੱਟਣਾ ਸੀ ਉਹਨਾਂ ਨੇ ਵੀ ਜਦੋਂ ਭਗਤ ਸਿੰਘ ਨੂੰ ਲੈ ਕੇ ਜਾਣਗੇ ਗੱਡੀ ਦੇ ਵਿੱਚ ਤੇ ਅਸੀਂ ਉਹਨਾਂ ਦੇ ਉੱਤੇ ਬੰਬ ਸਿੱਟਾਂਗੇ ਤੇ ਉਹ ਭਗਤ ਸਿੰਘ ਨੂੰ ਛੁਡਵਾ ਲਾਂਗੇ। ਤੇ ਉਹ ਬੰਬ ਨੂੰ ਟੈਸਟ ਕਰਨ ਵਾਸਤੇ ਭਗਵਤੀ ਚਰਨ ਵੋਰਾ ਰਾਵੀ ਦੇ ਕਿਨਾਰੇ ਗਏ। ਉੱਥੇ ਉਹ ਜਦੋਂ ਬੰਬ ਸਿੱਟਣ ਲੱਗੇ, ਉਹਨਾਂ ਦੀ ਬਾਂਹ ਦੇ ਵਿੱਚ ਹੀ ਫਟ ਗਿਆ। ਦੇਅਰ ਐਂਡ ਦੈਨ ਹੀ ਕੋਲੈਪਸਡ, ਔਰ ਉੱਥੇ ਉਹਨਾਂ ਦੀ ਡੈਥ ਹੋ ਗਈ। ਤੇ ਉਹ ਜਿਹੜੇ ਨਾਲ ਉਹਨਾਂ ਦੇ ਸਾਥੀ ਸੀ, ਉਹਨਾਂ ਨੇ ਆ ਕੇ ਦੁਰਗਾ ਦੇਵੀ ਵੋਰਾ ਨੂੰ ਦੱਸਿਆ ਕਿ ਵੀ ਬੰਬ ਬਲਾਸਟ ਹੋ ਗਿਆ ਤੇ ਅਸੀਂ ਭਗਵਤੀ ਚਰਨ ਵੋਰਾ ਨੂੰ ਅਸੀਂ ਖੋ ਚੁੱਕੇ ਹਾਂ,
ਉਹਨਾਂ ਦੀ ਡੈਥ ਹੋ ਗਈ ਉੱਥੇ ਬੰਬ ਫਟਣ ਦੇ ਨਾਲ। ਔਰ ਅਸੀਂ ਉੱਥੋਂ ਦੌੜ ਆਏ ਹਾਂ। ਅਸੀਂ ਉਹਨਾਂ ਦੀ ਬੋਡੀ ਵੀ ਨਹੀਂ ਚੁੱਕ ਸਕੇ ਕਿਉਂਕਿ ਉੱਥੇ ਬਹੁਤ ਧਮਾਕਾ ਹੋਇਆ, ਰੌਲਾ ਬਹੁਤ ਪਿਆ। ਤੇ ਅਸੀਂ ਜੇ ਉਹਨਾਂ ਨੂੰ ਚੁੱਕਦੇ, ਉਹਨਾਂ ਨੂੰ ਸੰਭਾਲਦੇ ਤਾਂ ਪੁਲਿਸ ਆ ਜਾਂਦੀ, ਅਸੀਂ ਸਾਰੇ ਪਕੜੇ ਜਾਂਦੇ। ਅਸੀਂ ਉੱਥੋਂ ਆ ਗਏ। ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਦੇਖਣਾ ਹੈ। ਉਹ ਕਹਿੰਦੇ ਨਹੀਂ, ਤੂੰ ਦੇਖਣ ਨਹੀਂ ਜਾ ਸਕਦੀ। ਇਹ ਤੇਰਾ ਸੈਕਰੀਫਾਈਸ ਹੈ, ਬਿਗ ਸੈਕਰੀਫਾਈਸ ਫॉर ਦੀ ਨੇਸ਼ਨ। ਤੂੰ ਨਹੀਂ ਦੇਖ ਸਕਦੀ ਕਿਉਂਕਿ ਜੇ ਤੂੰ ਉੱਥੇ ਦੇਖਣ ਜਾਏਂਗੇ, ਉੱਥੇ ਪੁਲਿਸ ਦਾ ਪਹਿਰਾ ਹੋਏਗਾ, ਪੁਲਿਸ ਨੂੰ ਸ਼ੱਕ ਹੋ ਜਾਏਗਾ ਤੇ ਅਸੀਂ ਸਾਰੇ ਪਕੜੇ ਜਾਵਾਂਗੇ। ਉਹ ਮੰਨ ਗਈ। ਕਹਿੰਦੀ ਮੈਂ ਦੇਖਣ ਵੀ ਨਹੀਂ ਗਈ। ਕਹਿੰਦੀ ਨਾ ਮੈਂ ਉੱਥੇ ਰੋ ਸਕੀ ਕਿਉਂਕਿ ਜੇ ਮੈਂ ਰੋਵਾਂਗੀ ਮਹੱਲੇ ਵਾਲੇ ਇਕੱਠੇ ਹੋ ਜਾਣਗੇ, ਉਹ ਪੁੱਛਣਗੇ ਵੀ ਕੀ ਹੋਇਆ ਭਗਵਤੀ ਚਰਨ ਮੋਹਰਾ ਨੂੰ, ਕਿੱਦਾਂ ਤੇਰੇ ਹਸਬੈਂਡ ਦੀ ਡੈਥ ਹੋਈ। ਉਹ ਕਹਿੰਦੀ ਮੈਂ ਨਾ ਰੋ ਸਕੀ, ਨਾ ਮੈਂ ਲਾਸਟ ਆਪਣੇ ਹਸਬੈਂਡ ਨੂੰ ਦੇਖਿਆ ਤੇ ਨਾ ਹੀ ਮੈਨੂੰ ਕੁਝ ਪਤਾ ਚੱਲਿਆ ਵੀ ਕੀ ਹੋਇਆ। ਕਹਿੰਦੀ ਮੈਂ ਬਸ ਆਪਣੇ ਦੁੱਖ ਨੂੰ ਆਪਣੇ ਅੰਦਰ ਪੀ ਲਿਆ। ਤੇ ਉਸ ਗੱਲ ਨੇ ਨਾ ਮੇਰੇ ਅੰਦਰ ਇੱਕ ਇੰਨੀ ਵੱਡੀ ਇੱਕ ਮੈਂ ਤੁਹਾਨੂੰ, ਮੇਰੇ ਕੋਲ ਸ਼ਬਦ ਨਹੀਂ ਹੈ ਦੱਸਣ ਲਈ ਕਿ ਮੈਨੂੰ ਇੱਕ ਦਰਦ ਦਿੱਤਾ ਉਹਨਾਂ ਦੀ ਗੱਲ ਸੁਣ ਕੇ, ਔਰ ਮੈਨੂੰ ਇੱਕ ਬੋਲਡਨੈਸ ਵੀ ਦਿੱਤੀ ਕਿ ਮੈਂ ਅਗਰ ਇਹ ਲੇਡੀ ਆਪਣੇ ਨੇਸ਼ਨ ਵਾਸਤੇ ਕੁਰਬਾਨ ਹੋ ਸਕਦੇ ਨੇ ਤੇ ਮੈਂ ਤੇ ਕੁਝ ਵੀ ਨਹੀਂ ਕੀਤਾ। ਤੇ ਮੈਨੂੰ ਇੱਕ ਆਪਣੇ ਆਪ ਨੂੰ ਸੰਭਾਲਣ ਦਾ, ਕਿਉਂਕਿ ਮੈਂ ਵੀ ਆਪਣੇ ਹਸਬੈਂਡ ਨੂੰ ਖੋਇਆ ਸੀ ਬੜੀ ਯੰਗ ਏਜ ਦੇ ਵਿੱਚ, ਤੇ ਮੈਨੂੰ ਉਸ ਦਰਦ ਨੂੰ ਸਹਿਣ ਦੀ ਸ਼ਕਤੀ ਪ੍ਰਦਾਨ ਕਰ ਦਿੱਤੀ ਕਿ ਧੰਨ ਹੈ ਇਹ ਲੇਡੀ। ਫਿਰ ਉਸ ਤੋਂ ਬਾਅਦ ਦੁਰਗਾ ਦੇਵੀ ਵੋਰਾ ਨੇ 1930 ਦੇ ਵਿੱਚ ਅਕਤੂਬਰ 28 ਮਈ 1930 ਦੇ ਵਿੱਚ ਉਹਨਾਂ ਦੇ ਹਸਬੈਂਡ ਦੀ ਡੈਥ ਹੋਈ। ਔਰ ਉਹਨਾਂ ਨੇ ਅਕਤੂਬਰ 1930 ਦੇ ਵਿੱਚ ਲੈਮਿੰਗਟਨ ਰੋਡ ਦੇ ਉੱਤੇ ਬੰਬੇ ਦੇ ਵਿੱਚ ਸ਼ੂਟਿੰਗ ਕੇਸ ਦੇ ਵਿੱਚ ਉਹਨਾਂ ਨੇ ਗੋਲੀ ਚਲਾਈ, ਆਪ ਗੋਲੀ ਚਲਾਈ। ਉਹਨਾਂ ਨੇ ਸੋਚਿਆ ਵੀ ਗਵਰਨਰ ਹੈਲੇ ਆ ਰਿਹਾ, ਕਿਉਂਕਿ ਉਹਨਾਂ ਨੇ ਬਦਲਾ ਲੈਣਾ ਸੀ। ਗਵਰਨਰ ਹੈਲੇ ਤੋਂ ਪੰਜਾਬ ਦਾ ਗਵਰਨਰ ਰਹਿ ਚੁੱਕਾ ਸੀ, ਉਹਨੂੰ ਮਾਰਨ ਵਾਸਤੇ ਬੰਬੇ ਗਏ ਸੀ। ਨਾਲ ਬਾਬਾ ਪ੍ਰਿਥਵੀ ਸਿੰਘ ਆਜ਼ਾਦ ਵੀ ਸੀਗੇ। ਤੇ ਪਰ ਉਹ ਹੈਲੇ ਤਾਂ ਨਹੀਂ ਸੀ, ਕੋਈ ਹੋਰ ਸੀ। ਉਹਨੂੰ ਮਾਰ ਕੇ ਉੱਤੋਂ ਸਾਰੇ ਰਫੂ ਚੱਕਰ ਹੋ ਗਏ। ਪੁਲਿਸ ਲੱਭਦੀ ਰਹੀ, ਪਤਾ ਨਹੀਂ ਕਿੱਥੇ ਦੌੜ ਗਏ। ਕਹਿੰਦੇ ਅਸੀਂ ਉਹਨਾਂ ਨੂੰ ਰਸਤਾ ਨਹੀਂ ਲੱਭਣ ਦਿੱਤਾ ਵੀ ਅਸੀਂ ਕਿੱਥੇ ਗਏ। ਇਹ ਉਹਨਾਂ ਦੀ ਉਹ ਸੀ। ਹਾਂਜੀ, ਕਿੰਨੀ ਸਾਲ ਦੀ ਉਮਰ ਤੱਕ ਉਹ ਫਿਰ ਜਿਉਂਦੇ ਰਹੇ? ਉਹਨਾਂ ਦੀ ਮੇਰੇ ਖਿਆਲ 86-87 ਤੱਕ ਉਹਨਾਂ ਦੀ ਉਹ ਹੋਈ ਹੈ। ਕਾਫੀ ਲੰਬੀ ਉਮਰ ਪਾ ਕੇ ਗਏ ਨੇ। ਮੈਂ ਤੇ ਉਹ ਬੜੇ 올ਡ ਜੇ ਸੀਗੇ। ਮੈਂ ਉਹਨਾਂ ਨੂੰ 1985 ਚ ਮਿਲਣ ਗਈ ਹਾਂ। ਅੱਛਾ ਜੀ। ਪਰ ਬੜੀ ਬੋਲਡ ਲੇਡੀ ਸੀ, ਬੇਟਾ ਸੀ ਉਹਨਾਂ ਦਾ। ਤੇ ਉਹਨਾਂ ਨੇ ਦੱਸਿਆ ਵੀ ਅਸੀਂ ਸਾਡੇ ਘਰ ਟਾਈਮ ਟੂ ਟਾਈਮ ਪੁਲਿਸ ਵਾਲੇ ਜਿਹੜੇ ਨੇ ਉਹ ਛਾਪਾ ਵੀ ਮਾਰਦੇ ਰਹਿੰਦੇ ਸੀ। ਤੇ ਕਹਿੰਦੇ ਅਸੀਂ ਬੜੀ ਬਹਾਦਰੀ ਦੇ ਨਾਲ ਪੁਲਿਸ ਨੂੰ ਟਰਕਾ ਵੀ ਦਿੰਦੇ ਸੀਗੇ ਵੀ ਜਿਸ ਤਰ੍ਹਾਂ ਜੇ ਪੁਲਿਸ ਨੇ ਆਉਣਾ, ਉਹਨੂੰ ਕਹਿਣਾ ਵੀ ਪਹਿਲੇ ਤੁਸੀਂ ਫੀਮੇਲ ਲੈ ਕੇ ਆਓ ਨਾਲ, ਫਿਰ ਅਸੀਂ ਤੁਹਾਨੂੰ ਅੰਦਰ ਆਉਣ ਦਿਆਂਗੇ। ਤੇ ਉਹ ਕਹਿੰਦੇ ਜਦ ਤੱਕ ਉਹ ਫੀਮੇਲ ਲੈ ਕੇ ਜਾਂਦੇ ਸੀਗੇ, ਅਸੀਂ ਆਸ-ਪਾਸ ਦੇ ਮਹੱਲੇ ਦੇ ਲੋਕਾਂ ਨੂੰ ਵੀ ਇਕੱਠਾ ਕਰ ਲੈਂਦੇ ਸੀ। ਫਿਰ ਉਹ ਜਿਹੜਾ ਕੋਈ ਇਹੋ ਜਿਹਾ ਸਮਾਨ ਹੁੰਦਾ ਸੀ ਵੀ ਜਿਹੜਾ ਅਸੀਂ ਨਹੀਂ ਪੁਲਿਸ ਨੂੰ ਦਿਖਾਉਣਾ ਚਾਹੁੰਦੇ ਸੀ, ਉਹ ਫਿਰ ਕਹਿੰਦੇ ਅਸੀਂ ਉਹਨਾਂ ਨੂੰ ਚੁਕਾ ਦਿੰਦੇ ਸੀ ਵੀ ਤੁਸੀਂ ਰੱਖੋ। ਮਤਲਬ ਪੂਰੀ ਇੱਕ ਜਿਸ ਤਰ੍ਹਾਂ ਇਹ ਔਰਤਾਂ ਵਾਸਤੇ ਬੜੀ ਵੱਡੀ ਗੱਲ ਸੀ। ਨਹੀਂ ਤਾਂ ਉਹ ਕਹਿੰਦੇ ਨੇ ਔਰਤਾਂ ਦੇ ਪੇਟ ਵਿੱਚ ਤੇ ਕੋਈ ਗੱਲ ਹੀ ਨਹੀਂ ਪੱਤੀ, ਪਰ ਇਹੋ ਜਿਹੀ ਕੋਈ ਗੱਲ ਹੀ ਨਹੀਂ ਸੀ। ਦੇ ਡਿਡ देयर ਬੈਸਟ। ਮੈਂ ਇਸੇ ਚੀਜ਼ ਦੀ ਤਕਲੀਫ ਹੁੰਦੀ ਹੈ। ਦੇਖੋ ਮੈਨੂੰ ਲੱਗਦਾ ਹੁੰਦਾ ਵੀ ਔਰਤ ਦਾ ਯੋਗਦਾਨ ਤਾਂ ਹਰ ਚੀਜ਼ 'ਚ ਹੈ ਨਾ। ਮੇਰੇ ਨਾਨਾ ਜੀ ਫਰੀडम ਫਾਈਟਰ ਸੀਗੇ। ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਥੋੜੇ ਦਿਨ ਪਹਿਲਾਂ। ਕੀ ਨਾਮ ਸੀ ਉਹਨਾਂ ਦਾ? ਅਮਰ ਸਿੰਘ ਸਿੱਧੂ। ਅੱਛਾ। ਹਾਂਜੀ। ਤੇ ਥੋੜੇ ਜਿਹੇ ਦਿਨ ਪਹਿਲਾਂ ਸਾਡੇ ਪਰਿਵਾਰ ਨੂੰ ਇੱਕ ਇੱਦਾਂ ਦਾ ਪਰਿਵਾਰ ਮਿਲਿਆ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਫਾਦਰ ਸਾਹਿਬ ਨੇ 17 ਸਾਲ ਇਹ ਸਜ਼ਾ ਕੱਟੀ ਹੈ ਨਾ। ਤੇ ਪਿੱਛੋਂ ਫੈਮਿਲੀ ਨੇ ਉਹਨਾਂ ਦਾ ਸੰਸਕਾਰ ਵੀ ਕਰ ਦਿੱਤਾ। ਔਰਤਾਂ ਨੇ ਕਿਵੇਂ ਬੱਚੇ ਪੜ੍ਹਾਏ, ਉਹਦੇ 'ਚ ਮੈਂ ਖੁਦ ਦੇ ਨਾਨੀ ਜੀ ਨੂੰ ਵੀ ਗਿਣਦੀ ਹਾਂ ਵੀ ਉਹਨਾਂ ਨੇ ਮੇਰੀ ਮਦਰ ਹੁਣਾਂ ਨੂੰ ਕਿੱਦਾਂ ਪਾਲਿਆ ਹੈ ਨਾ। ਮੈਨੂੰ ਲੱਗਦਾ ਹੁੰਦਾ ਵੀ ਫਰਕ ਸਿਰਫ ਇੰਨਾ ਸੀ ਕਿ ਇੱਕ ਬੰਦਾ ਫਰੰਟ ਮੋਡ ਤੇ ਲੜ ਰਿਹਾ ਸੀ ਤੇ ਪੂਰੀ ਫੈਮਿਲੀ ਹੈ ਜਿਹੜੀ ਹੈ ਨਾ ਪਰਿਵਾਰਾਂ ਨੇ ਜ਼ਿਆਦਾ ਸਫਰ ਕੀਤਾ ਹੈ। ਤੁਸੀਂ ਭਗਵਤੀ ਚਰਨ ਵੋਰਾ ਦੀ ਤਾਂ ਡੈਥ ਹੋ ਗਈ। ਹਾਂਜੀ। ਤੇ ਦੁਰਗਾ ਦੇਵੀ ਨੇ ਤਾਂ ਸਫਰ ਕੀਤਾ। ਛੋਟੇ ਜਿਹੇ ਬੱਚੇ ਨੂੰ ਲੈ ਕੇ ਉਹ ਘੁੰਮਦੀ ਰਹੀ, ਨਾਲ ਉਹ ਆਪਣੇ ਕੰਟਰੀਬਿਊਟ ਵੀ ਕਰਦੀ ਰਹੀ। ਫਿਰ ਉਹਨਾਂ ਨੇ ਕਿਤੇ ਸਕੂਲ ਦੇ ਵਿੱਚ ਟੀਚਰ ਦਾ 1935 ਚ ਉਹਨਾਂ ਨੇ ਸਰੈਂਡਰ ਕਰਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਉਹ ਕਾਂਗਰਸ ਜੁਆਇਨ ਕਰ ਲਈ। ਫਿਰ ਉਸ ਤੋਂ ਬਾਅਦ ਉਹ ਪੀਸਫੁਲੀ ਆਪਣਾ ਬੱਚਿਆਂ ਦੇ ਨਾਲ ਆਪਣਾ ਉਹਨਾਂ ਦਾ ਇੱਕ ਬੱਚਾ ਸੀਗਾ, ਫਿਰ ਉਹਨਾਂ ਦੇ ਨਾਲ ਰਹੀ। ਉਹ ਸਫਰ ਤਾਂ ਕੀਤਾ ਹੀ, ਇਕੱਲੇ ਸਫਰ ਕੀਤਾ ਬਹੁਤ। ਹੋਰ ਵੀ ਇਹੋ ਜਿਹੇ ਬੜੇ ਪਰਿਵਾਰ ਸੀਗੇ। ਇੱਕ ਪ੍ਰੇਮਵਤੀ ਥਾਪਰ ਸੀਗੀ, ਉਹਨਾਂ ਦਾ ਪਰਿਵਾਰ ਵੀ ਉਹ ਆਪਣਾ ਸੀ ਜਿਹੜੇ ਸੁਖਦੇਵ, ਉਹ ਥਾਪਰ ਪਰਿਵਾਰ ਦੇ ਸੀਗੇ। ਉਹਨਾਂ ਨੂੰ ਜਦੋਂ ਉਹ ਵੀ ਇਹਦੇ ਵਿੱਚ ਸੀਗੇ, ਉਹਨਾਂ ਨੂੰ ਵੀ ਉਹ ਕੀਤਾ ਸੀਗਾ, ਫਾਂਸੀ ਲਗਾਈ ਸੀਗੀ ਸੁਖਦੇਵ ਨੂੰ, ਰਾਜਗੁਰੂ ਸੁਖਦੇਵ ਔਰ ਭਗਤ ਸਿੰਘ। ਤੇ ਉਹ ਥਾਪਰ ਪਰਿਵਾਰ ਨੂੰ ਵੀ ਉਹਨਾਂ ਨੇ ਪੁਲਿਸ ਨੇ ਬਹੁਤ ਤੰਗ ਕੀਤਾ। ਤੇ ਕਹਿੰਦੇ ਸਾਡੇ ਭਾਂਡੇ ਚੁੱਲ੍ਹੇ ਸਾਰੇ ਉਹ ਕਰ ਜਾਂਦੇ ਸੀਗੇ, ਖਲੇਰ ਜਾਂਦੇ ਸੀਗੇ। ਪੁਲਿਸ ਨੇ ਬਹੁਤ ਟੌਰਚਰ ਕੀਤਾ ਉਹਨਾਂ ਨੂੰ। ਤੇ ਇਹੋ ਜਿਹੇ ਤੇ ਬਹੁਤ ਤੁਹਾਨੂੰ ਹਜ਼ਾਰਾਂ ਪਰਿਵਾਰ ਮਿਲ ਜਾਣਗੇ
ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਸਿਆ। ਤੇ ਇੱਕ ਮੈਂ ਹੋਰ ਲੇਡੀ ਸੀਗੀ, ਉਹਦੇ ਤੇ ਸਟੋਰੀ ਵੀ ਹੈ, ਬਾਗੀ ਦੀ ਧੀ। ਅੱਛਾ ਜੀ। ਕਿਸੇ ਨੇ ਲਿਖੀ ਹੈ, ਮੈਨੂੰ ਨਹੀਂ ਪਤਾ, ਮੈਨੂੰ ਲਿਟਰੇਚਰ ਮੈਂ ਬਹੁਤਾ ਪੜ੍ਹਿਆ ਨਹੀਂ, ਪਰ ਕਿਸੇ ਨੇ ਲਿਖੀ ਹੈ। ਮੈਂ ਸਿਮਿਲਰ ਇਨਸੀਡੈਂਟ ਆਪਣੀ ਕਿਤਾਬ ਦੇ ਵਿੱਚ ਕੋਟ ਕੀਤਾ ਹੈ। ਉਹ ਸੀ ਸਵਿਤਰੀ ਦੇਵੀ ਸ਼ਰਮਾ। ਸਵਿਤਰੀ ਦੇਵੀ ਸ਼ਰਮਾ ਦੇ ਜਿਹੜੇ ਹਸਬੈਂਡ ਸੀ ਕਾਲੀ ਚਰਨ ਸ਼ਰਮਾ, ਉਹ ਡਾਕਟਰ ਸੀਗੇ ਬਾਈ ਪ੍ਰੋਫੈਸ਼ਨ। ਉਹਨਾਂ ਨੇ ਪ੍ਰਜਾ ਮੰਡਲ ਮੂਵਮੈਂਟ ਦੇ ਵਿੱਚ ਪਾਰਟਿਸਿਪੇਟ ਕੀਤਾ। ਪ੍ਰਜਾ ਮੰਡਲ ਮੂਵਮੈਂਟ ਵੀ ਇੱਕ ਚੱਲ ਰਿਹਾ ਸੀਗਾ ਸਾਈਮਲਟੇਨੀਅਸਲੀ, ਇੱਕ ਗਾਂਧੀ ਦਾ ਚੱਲ ਰਿਹਾ ਸੀ ਮੂਵਮੈਂਟ ਜਿਹੜਾ ਪੀਸਫੁਲ ਸੀਗਾ, ਜਿਹੜਾ ਕਿ ਬਾਅਦ ਚੋਂ ਚੌਰਾ ਚੌਰੀ ਦੇ ਕਾਰਨ ਨਾ ਖਤਮ ਹੋਇਆ। ਨਹੀਂ, ਕਈ ਮੂਵਮੈਂਟ ਸੀ ਗਾਂਧੀ ਜੀ ਨੇ ਤੇ ਫੇਜ਼ਿਸ ਵਿੱਚ ਚਲਾਏ ਨੇ ਨਾ। ਉਹਨਾਂ ਨੇ ਨਾਨ ਕੋਆਪਰੇਸ਼ਨ ਵੀ ਚਲਾਇਆ, ਸਿਵਲ ਡਿਸਓਬੀਡੀਐਂਸ ਮੂਵਮੈਂਟ ਚਲਾਇਆ, ਉਹ ਕਰ ਰਹੇ ਨੇ। 6 ਅਪ੍ਰੈਲ ਨੂੰ ਇਹਨਾਂ ਨੇ ਮਨਾਈ ਹੈ, ਡਾਂਡੀ ਮਾਰਚ ਮਨਾਇਆ। ਫਿਰ ਗਾਂਧੀ ਜੀ ਨੇ ਤਾਂ ਇੰਡੀਵਿਜੂਅਲ ਸੱਤਿਆਗ੍ਰਹਿ ਵੀ ਚਲਾਇਆ, ਉਹਨਾਂ ਦੀ ਕੁਇਟ ਇੰਡੀਆ ਚਲਾਇਆ, ਉਹਨਾਂ ਦੀ ਅਲੱਗ ਮੂਵਮੈਂਟ ਨੇ। ਪੈਰਲਲ ਕਈ ਮੂਵਮੈਂਟ ਚੱਲ ਰਹੇ ਸੀ, ਇੱਕ ਮੂਵਮੈਂਟ ਨਹੀਂ ਸੀਗਾ। ਜੇ ਤੁਸੀਂ ਇਤਿਹਾਸ ਨੂੰ ਲੋਕ ਸਮਝਣ ਤੇ ਇਹ ਨਹੀਂ ਕਿ ਸਿਰਫ ਗਾਂਧੀ ਜੀ ਦੇ ਮੂਵਮੈਂਟ ਸੀ, ਭਗਤ ਸਿੰਘ ਦਾ ਮੂਵਮੈਂਟ ਅਲੱਗ ਸੀ। ਹੁਣ ਭਗਤ ਸਿੰਘ ਦੇ ਜਿਹੜੇ ਲੋਕ ਸੀ, ਕੋਈ ਔਰਤਾਂ ਜਿਹੜੀਆਂ ਸੀਗੀਆਂ, ਉਹਨਾਂ ਨੇ ਭਗਤ ਸਿੰਘ ਦੇ ਪਰਿਵਾਰ, ਉਹਨਾਂ ਨੂੰ ਸਾਥੀਆਂ ਨੂੰ ਆਪਣਾ ਘਰ ਕਿਰਾਏ ਤੇ ਦਿੱਤਾ। ਉਹ ਵੀ ਤੇ ਇੱਕ ਕੰਟਰੀਬਿਊਸ਼ਨ ਹੈ। ਬਿਲਕੁਲ, ਉਹਨਾਂ ਨੂੰ ਕਿਰਾਏ ਤੇ ਦਿੱਤਾ, ਉਹਨਾਂ ਨੂੰ ਛੁਪਾਇਆ, ਉਹਨਾਂ ਦੇ ਹਥਿਆਰ ਛੁਪਾਏ, ਇਹ ਵੀ ਕੰਟਰੀਬਿਊਸ਼ਨ ਹੈ। ਇਹ ਆਸਾਨ ਥੋੜਾ ਸੀਗੀ। ਕਿੰਨਾ ਡਰ, ਉਹਨਾਂ ਨੇ ਕਿੰਨੇ ਡਰ ਨਾਲ ਇਹ ਕੰਮ ਕੀਤਾ ਹੋਏਗਾ, ਕਿੰਨੀ ਆਪਣੀ ਜਾਨ ਉਹਨਾਂ ਨੇ ਆਪਣੇ ਹੱਥਾਂ ਤੇ ਰੱਖ ਕੇ ਕੀਤੀ ਹੋਏਗੀ। ਆਖਿਰ ਪੁਲਿਸ ਦਾ ਡਰ ਤੇ ਸੀਗਾ। ਫਿਰ ਉਹ ਕਿਸੇ ਨੂੰ ਛੁਪਾ ਰਹੀਆਂ ਨੇ, ਉਹ ਵੀ ਕੰਟਰੀਬਿਊਸ਼ਨ ਸੀ। ਫਿਰ ਮੈਸੇਜ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾ ਰਹੇ ਨੇ, ਉਹ ਵੀ ਕੰਟਰੀਬਿਊਸ਼ਨ ਸੀ। ਚੰਦਾ ਇਕੱਠਾ ਕਰ ਰਹੇ ਨੇ, ਉਹ ਵੀ ਕੰਟਰੀਬਿਊਸ਼ਨ ਸੀ। ਹਰ ਇੱਕ ਨੇ ਕੋਈ ਨਾ ਕੋਈ ਤਰੀਕੇ ਦੇ ਨਾਲ ਆਪਣੀ ਕੰਟਰੀਬਿਊਸ਼ਨ ਕੀਤੀ ਹੈ। ਫਿਰ ਨਾਲ ਇੱਕ ਪ੍ਰਜਾ ਮੰਡਲ ਮੂਵਮੈਂਟ ਵੀ ਚੱਲ ਰਿਹਾ ਸੀ। ਜਿੱਦਾਂ ਸਾਡੇ ਪੰਜਾਬ ਦੇ ਵਿੱਚ ਸਟੇਟ ਸੀਗੀਆਂ, ਪਟਿਆਲਾ ਹੈ, ਮਲੇਰਕੋਟਲਾ ਹੈ, ਬਾਵਲਪੁਰ ਸੀ, ਜੀਂਦ ਹੈ ਨਾ, ਇਹ ਜਿਹੜੀਆਂ ਸਟੇਟ ਸੀਗੀਆਂ, ਨਾਭਾ ਹੈ, ਫਰੀਦਕੋਟ ਹੈ, ਇਹਨਾਂ ਸਟੇਟਸ ਦੇ ਲੋਕਾਂ ਇੱਥੇ ਰਾਜੇ ਸੀਗੇ। ਰਾਜੇ ਜਿਹੜੇ ਸੀ ਉਹ ਕਿਸੇ ਨਾ ਕਿਸੇ ਵੇ ਨਾਲ ਅੰਗਰੇਜ਼ਾਂ ਦੇ ਸਮਰਥਕ ਸੀਗੇ। ਸਵਾਈ ਨਾਭਾ ਦੇ ਰਾਜੇ ਤੋਂ ਉਹ ਅੰਗਰੇਜ਼ਾਂ ਨਾਲ ਸਮਰਥਕ ਸੀਗੇ ਤੇ ਉਹ ਚਾਹੁੰਦੇ ਸੀ ਵੀ ਸਾਡੇ ਰਾਜ ਬਣੇ ਰਹਿਣ। ਤੇ ਜਿਹੜੇ ਆਮ ਜਿਹੜੀ ਜਨਤਾ ਸੀ, ਜਿਹੜਾ ਹਿੱਸਾ ਹਿੰਦੁਸਤਾਨ ਦਾ ਜਾਂ ਜਿਹੜਾ ਹਿੱਸਾ ਪੰਜਾਬ ਦਾ ਡਾਇਰੈਕਟ ਅੰਗਰੇਜ਼ਾਂ ਦੇ ਅੰਡਰ ਸੀ, ਉਹਨੂੰ ਅਸੀਂ ਬ੍ਰਿਟਿਸ਼ ਪੰਜਾਬ ਜਾਂ ਬ੍ਰਿਟਿਸ਼ ਇੰਡੀਆ ਕਹਿੰਦੇ ਹਾਂ। ਇਹ ਲੋਕਾਂ ਨੂੰ ਨਹੀਂ ਸਮਝ ਇਸ ਗੱਲ ਦੀ ਕਿ ਜਿਹੜੀਆਂ ਸਟੇਟ ਸੀਗੀਆਂ ਉਹ ਅਲੱਗਾ ਸੀ। ਸਟੇਟਸ ਦੇ ਵਿੱਚ ਰਾਜੇ ਸੀ, ਉਹ ਚਾਹੁੰਦੇ ਸੀ ਕਿ ਰਾਜ ਬਣੇ ਰਹਿਣ, ਉਹ ਅੰਗਰੇਜ਼ਾਂ ਨੂੰ ਸਪੋਰਟ ਕਰ ਰਹੇ ਸੀ। ਪਰ ਜਿਹੜਾ ਰਾਜ ਡਾਇਰੈਕਟਲੀ ਅੰਗਰੇਜ਼ਾਂ ਦੇ ਅੰਡਰ ਸੀ, ਉਹ ਸਾਰੇ ਗਾਂਧੀ ਦੇ ਸਪੋਰਟਰ ਜਾਂ ਭਗਤ ਸਿੰਘ ਦੇ ਸਪੋਰਟਰ ਉਹ ਉਹਨਾਂ ਦੇ ਨਾਲ ਚੱਲ ਰਹੇ ਸੀਗੇ। ਤੇ ਉਹ ਚਾਹੁੰਦੇ ਸੀ ਵੀ ਅਸੀਂ ਦੇਸ਼ ਨੂੰ ਆਜ਼ਾਦ ਕਰਾਈਏ। ਉਹ ਕਾਂਗਰਸ ਦਾ ਸਮਰਥਨ ਕਰ ਰਹੇ ਸੀਗੇ ਤੇ ਉਹ ਕਹਿੰਦੇ ਸੀ ਵੀ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣਾ। ਪਰ ਹੌਲੀ ਹੌਲੀ ਇਹ ਜਿਹੜਾ ਮੂਵਮੈਂਟ ਸੀ, ਇਹ ਪਟਿਆਲਾ, ਨਾਭਾ, ਜੀਂਦ, ਬਾਵਲਪੁਰ ਸਭ ਜਗ੍ਹਾ ਪਹੁੰਚ ਰਿਹਾ ਸੀ, ਕਿਉਂਕਿ ਅਖਬਾਰਾਂ ਵੀ ਸੀਗੀਆਂ, ਮੀਡੀਆ ਵੀ ਸ਼ੁਰੂ ਹੋ ਗਿਆ ਸੀਗਾ, ਲੋਕ ਵੀ ਪੜ੍ਹਨ ਲਿਖਣ ਲੱਗ ਗਏ ਸੀਗੇ। ਕਾਂਗਰਸ ਦੇ ਆਗੂ ਵੀ ਸੀਗੇ ਜਿਹੜੇ ਜਾ ਕੇ ਲੈਕਚਰ ਦਿੰਦੇ ਸੀ। ਉਹ ਜਿਹੜੀਆਂ ਸਟੇਟ ਸੀਗੀਆਂ, ਜਦੋਂ ਸਟੇਟਸ ਦੇ ਵਿੱਚ ਮੂਵਮੈਂਟ ਪਹੁੰਚਣਾ ਸ਼ੁਰੂ ਹੋਇਆ, ਉਹ ਵੀ ਉੱਠ ਕੇ ਖੜੇ ਹੋ ਗਏ। ਤੇ ਇਸ ਤਰ੍ਹਾਂ ਜਿਹੜੀ ਆਪਣਾ ਇਹ ਸੀ ਸਵਿਤਰੀ ਦੇਵੀ ਸ਼ਰਮਾ ਸੀ, ਇਹਨਾਂ ਨੂੰ ਮੈਂ ਜਦੋਂ ਇੰਟਰਵਿਊ ਕਰਨ ਗਈ, ਇਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਜਦੋਂ ਵੀ ਜੇਲ੍ਹ ਜਾਣਾ, ਇਹ ਕਿਉਂਕਿ ਪ੍ਰਜਾ ਮੰਡਲ ਮੂਵਮੈਂਟ ਵਿੱਚ ਸੀ, ਇਹ ਕਹਿੰਦੇ ਮੈਂ ਜਦੋਂ ਵੀ ਇੰਟਰਵਿਊ ਜਾਣਾ, ਪਿੱਛੋਂ ਮੇਰੇ ਬੱਚੇ ਦੀ ਡੈਥ ਹੋ ਜਾਂਦੀ ਸੀ। ਅੱਛਾ ਜੀ। ਇਟ ਵਾਸ ਵੈਰੀ ਟਾਰਚਰਿੰਗ। ਮੈਨੂੰ ਸੁਣ ਕੇ ਬੜਾ ਦੁੱਖ ਹੋਇਆ। ਉਹ ਕਹਿੰਦੇ ਮੈਂ ਆਪਣੀ ਬੇਟੀ ਨੂੰ ਛੱਡ ਕੇ ਗਈ ਆਪਣੀ ਸਿਸਟਰ ਇਨ ਲਾਅ ਕੋਲ, ਤੇ ਕਹਿੰਦੇ ਉਹਦੇ ਹਸਬੈਂਡ ਜਿਹੜੇ ਸੀ ਉਹ ਆਰਮੀ ਵਿੱਚ ਸੀਗੇ। ਉਹ ਛੁੱਟੀ ਤੇ ਆਏ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਲੜਕੀ ਤਾਂ ਸਵਿਤਰੀ ਦੇਵੀ ਦੀ ਹੈ, ਕਾਲੀ ਚਰਨ ਸ਼ਰਮਾ ਦੀ ਬੇਟੀ ਹੈ, ਤੇ ਇਹ ਸਾਡੇ ਕੋਲ ਛੱਡ ਕੇ ਗਏ ਨੇ ਤੇ ਪੁਲਿਸ ਸਾਡੇ ਕੋਲ ਛਾਪਾ ਮਾਰੇਗੀ, ਤੇ ਉਹਨੇ ਕਿਹਾ ਵੀ ਨਹੀਂ, ਤੂੰ ਇਸ ਲੜਕੀ ਨੂੰ ਬਾਹਰ ਕੱਢ ਦੇ, ਮੈਂ ਨਹੀਂ ਇਹਨੂੰ ਘਰ ਰੱਖਣਾ। ਉਹ ਲੜਕੀ ਨੂੰ TB ਹੋ ਗਿਆ, ਉਹਨੂੰ ਉੱਥੇ ਸੈਨੇਟੋਰੀਅਮ ਛੱਡ ਆਏ, ਲੇਕਿਨ ਆਪਣੇ ਘਰ ਨਹੀਂ ਰੱਖਿਆ ਡਰ ਕੋਲੋਂ। ਫਿਰ ਉੱਥੇ ਸੈਨੇਟੋਰੀਅਮ ਉਹ ਇੰਤਜ਼ਾਰ ਕਰਦੀ ਰਹੀ, ਜਦੋਂ ਉਹਦੀ ਮਦਰ ਜੇਲ੍ਹ ਤੋਂ ਛੁੱਟ ਕੇ ਆਈ, ਉਹਨੂੰ ਮਿਲ ਕੇ ਸ਼ੀ ਡਾਈਡ। ਇਹ ਸੁਣ ਕੇ, ਤੁਸੀਂ ਇਹ ਗੱਲਾਂ ਸੁਣ ਕੇ, ਮੈਂ ਜਦੋਂ ਇਹੋ ਜਿਹੇ ਇੰਟਰਵਿਊ ਕੀਤੇ, ਇਹ ਕਿਤੇ ਅਖਬਾਰਾਂ 'ਚ ਨਹੀਂ ਤੁਹਾਨੂੰ, ਬਿਲਕੁਲ ਕਿਤੇ ਤੁਸੀਂ ਯੂ ਗੈਟ ਨੋਵੇਅਰ। ਮੈਨੂੰ ਇੰਨਾ ਦੁੱਖ ਹੋਇਆ, ਮੇਰੀਆਂ ਅੱਖਾਂ 'ਚ ਆਂਸੂ ਆ ਗਏ। ਮੈਂ ਉਹਨਾਂ ਦੇ ਪੈਰ ਫੜ ਲਏ, ਮੈਂ ਕਿਹਾ ਤੁਸੀਂ ਤੇ ਤੁਹਾਡਾ ਤੇ ਸਰਕਾਰ ਜਾਂ ਅਸੀਂ ਜਾਂ ਦੇਸ਼ ਤੁਹਾਡਾ ਦੇਣਾ ਨਹੀਂ ਚੁਕਾ ਸਕਦਾ। ਲੱਖ ਤੁਹਾਨੂੰ ਤਗਮੇ ਮਿਲ ਜਾਣ, ਲੱਖ ਤੁਹਾਨੂੰ ਪੈਨਸ਼ਨ ਮਿਲ ਜਾਏ, ਅਸੀਂ ਤੁਹਾਡਾ ਦੇਣਾ ਨਹੀਂ ਚੁਕਾ ਸਕਦੇ। ਫਿਰ ਮੈਂ ਜਿਹੜੇ ਆਪਣਾ ਰਜਿੰਦਰ ਕੌਰ ਭੱਟਲ ਨੇ,
ਇਹਨਾਂ ਦੇ ਫਾਦਰ ਸਾਹਿਬ ਵੀ ਇਹਨਾਂ ਦੇ ਇਸ ਤਰ੍ਹਾਂ ਫਾਦਰ ਹੀਰਾ ਸਿੰਘ ਭੱਟਲ ਸੀਗੇ, ਇਹਨਾਂ ਦੀ ਮਦਰ ਸੀ ਹਰਨਾਮ ਕੌਰ ਭੱਟਲ। ਉਹਨਾਂ ਨੂੰ ਵੀ ਮੈਂ ਮਿਲਣ ਗਈ, ਉਹਨਾਂ ਨੇ ਵੀ ਮੈਨੂੰ ਦੱਸਿਆ। ਉਹ ਕਹਿੰਦੇ ਲਾਹੌਰ ਜੇਲ੍ਹ ਤੇ ਸਾਡਾ ਸੈਕੰਡ ਹੋਮ ਸੀ। ਅੱਛਾ ਜੀ। ਉਹ ਕਹਿੰਦੇ ਜਦੋਂ ਕਦੋਂ ਮਰਜ਼ੀ ਸਾਨੂੰ ਅਰੈਸਟ ਕਰ ਲੈਂਦੇ ਸੀ, ਕਿਉਂਕਿ ਅਸੀਂ ਹੈ ਤਾਂ ਜਿਹੜਾ ਪ੍ਰਜਾ ਮੰਡਲ ਮੂਵਮੈਂਟ ਸੀ ਉਹ ਵੀ ਪੀਸਫੁਲ ਸੀਗਾ। ਜਲੂਸ ਕੱਢਦੇ ਸੀ, ਝੰਡਾ ਚਲਾਉਂਦੇ ਸੀਗੇ, ਮਾਰਚ ਕਰਦੇ ਸੀਗੇ, ਦਿੱਲੀ ਮਾਰਚ ਕਰਨ ਚਲੇ ਗਏ ਹੈ ਨਾ, ਵੀ ਅਸੀਂ ਦੇਸ਼ ਆਜ਼ਾਦ ਕਰਾਉਣਾ ਹੈ। ਅਸੀਂ ਵੀ, ਉਹ ਕਹਿੰਦੇ ਸੀ ਵੀ ਅਸੀਂ ਵੀ ਰਾਜਿਆਂ ਤੋਂ ਛੁਟਕਾਰਾ ਪਾਉਣਾ ਹੈ, ਅਸੀਂ ਮੇਨ ਸਟਰੀਮ 'ਚ ਜਾਣਾ ਹੈ, ਅਸੀਂ ਹਿੰਦੁਸਤਾਨ ਦੀ ਮੇਨ ਸਟਰੀਮ ਦੇ ਵਿੱਚ ਜਾਵਾਂਗੇ, ਅਸੀਂ ਵੀ ਕਾਂਗਰਸ ਦੇ ਨਾਲ ਸ਼ਾਮਲ ਹੋਵਾਂਗੇ ਔਰ ਆਪਣੇ ਦੇਸ਼ ਦੀ ਆਜ਼ਾਦੀ ਦੇ ਵਿੱਚ ਅਸੀਂ ਰਾਜਿਆਂ ਤੋਂ ਵੀ ਛੁਟਕਾਰਾ ਕਰਨਾ। ਸੋ ਉਹ ਮੈਨੂੰ ਹਰਨਾਮ ਕੌਰ ਭੱਟਲ ਨੇ ਵੀ ਦੱਸਿਆ ਆਪਣੇ ਬਾਰੇ। ਕਹਿੰਦੇ ਜਦੋਂ ਮਰਜ਼ੀ ਅਸੀਂ, ਮੇਰੇ ਕਿਹਾ ਉਹਨਾਂ ਦੱਸਿਆ ਵੀ ਇੱਕ ਬੇਟੀ ਤਾਂ ਮੇਰੀ ਜੇਲ੍ਹ 'ਚ ਪੈਦਾ ਹੋਈ ਹੈ। ਅੱਛਾ ਜੀ। ਅੱਛਾ, ਫਿਰ ਉਹਨਾਂ ਦੀ ਇੱਕ ਬੇਟੀ ਦੀ ਡੈਥ ਹੋ ਗਈ ਪਿੱਛੋਂ, ਤੇ ਉਹ ਦੱਸਿਆ ਕਹਿੰਦੇ ਉਹਦਾ ਸੰਸਕਾਰ ਜਿਹੜਾ ਲੋਕਾਂ ਨੇ ਚੰਦਾ ਇਕੱਠਾ ਕਰਕੇ ਕੀਤਾ, ਉਹ ਜੇਲ੍ਹ 'ਚ ਸੀਗੇ। ਤੇ ਇਹ ਕੁਰਬਾਨੀਆਂ ਦਾ ਕੌਣ ਉਹ ਕਰ ਸਕਦਾ ਹੈ? ਕੋਈ ਨਹੀਂ। ਇਹਨਾਂ ਕੁਰਬਾਨੀਆਂ ਨੂੰ ਕੌਣ ਉਹ ਚੁਕਾ ਸਕਦਾ ਹੈ? ਅਸੀਂ ਵੀ ਨਹੀਂ ਚੁਕਾ ਸਕਦੇ, ਸਰਕਾਰ ਵੀ ਨਹੀਂ ਚੁਕਾ ਸਕਦੀ, ਦੇਸ਼ ਦੇ ਲੋਕ ਵੀ ਨਹੀਂ ਚੁਕਾ ਸਕਦੇ। ਇਹੋ ਜਿਹੇ ਬਹੁਤ ਸਾਰੇ ਮੇਰੇ ਕੋਲ ਐਗਜ਼ਾਮਪਲ ਨੇ, ਜੇ ਮੈਂ ਦੱਸਾਂ ਤੁਹਾਨੂੰ ਤੇ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਕਿੰਨਾ ਲੋਕਾਂ ਨੇ ਕਿੰਨਾ ਉਹ ਕੀਤਾ। ਫਿਰ ਇੱਕ ਮੈਂ ਤੇ ਤੁਹਾਨੂੰ ਇੱਕ ਇੰਟਰਵਿਊ ਦੱਸ ਰਹੀ ਹਾਂ। ਇੱਕ ਮੁਸਲਿਮ ਲੇਡੀ ਸੀ, ਉਹਨੂੰ ਮੈਂ ਰਾਜਪੁਰਾ ਮਿਲਣ ਗਈ। ਉਹ ਸੀ ਬੀਬੀ ਅਮਤੂ ਸਲਾਮ। ਉਹਨਾਂ ਦੇ ਜਿਹੜੇ ਫਾਦਰ ਸੀਗੇ ਉਹ ਅਬਦੁਲ, ਉਹ ਸੀਗੇ ਮਜੀਦ ਖਾਨ, ਉਹ ਮਹਾਰਾਜਾ ਪਟਿਆਲਾ ਦੀ ਦਰਬਾਰ ਵਿੱਚ ਸੀਗੇ। ਅੱਛੀ ਰਹੀਸ ਸੀਗੇ, ਪਰ ਉਹ ਕੱਲੀ ਲੜਕੀ ਸੀ। ਉਹਨਾਂ ਦੇ 3-4 ਭਰਾ ਸੀਗੇ, ਮੁਸਲਿਮ ਸੀਗੇ। ਉਹ ਕਹਿੰਦੀ ਮੈਂ ਕੋਈ ਪੜ੍ਹਾਈ ਲਿਖਾਈ ਨਹੀਂ ਕੀਤੀ ਤੇ ਮੈਂ ਬੜੀ ਛੋਟੀ ਉਮਰ ਦੇ ਵਿੱਚ ਹੀ ਲਾਲਾ ਦੂਨੀ ਚੰਦ ਦੀ ਵਾਈਫ ਸੀ, ਉਹਨਾਂ ਦੇ ਨਾਲ ਮਿਲ ਕੇ ਮੋਢੇ ਦੇ ਉੱਤੇ ਉਹ ਛੱਡ ਕੇ, ਆਪਣਾ ਮੋਢੇ ਦੇ ਉੱਤੇ ਉਹ ਰੱਖ ਕੇ ਜਿਹੜੇ ਦੀਆਂ ਗੱਠਾਂ ਨੇ, ਗੱਠਰ ਉਹਦੇ ਖੱਦਰ ਦੇ, ਉਹ ਰੱਖ ਕੇ ਕਹਿੰਦੇ ਅਸੀਂ ਫੇਰੀ ਲਗਾਉਂਦੇ ਸੀ। ਤੇ ਕਹਿੰਦੇ ਮੈਂ ਮੈਂ ਤਾਂ ਬਸ ਘਰ ਦੇ ਵਿੱਚ ਹੀ ਥੋੜ੍ਹਾ ਬਹੁਤ ਉਰਦੂ ਪੜ੍ਹਨਾ ਸਿੱਖਿਆ ਸੀਗਾ ਤੇ ਮੈਂ ਲੇਕਿਨ ਗਾਂਧੀ ਦੀ ਉਹ ਬਣ ਗਈ, ਸਪੋਰਟਰ ਬਣ ਗਈ। ਮੈਂ ਗਾਂਧੀ ਜੀ ਨੂੰ ਮਿਲਣ ਵੀ ਗਈ, ਆਸ਼ਰਮ ਗਈ ਉਹਨਾਂ ਦੇ, ਤੇ ਉੱਥੇ ਮੈਂ ਮੂਵਮੈਂਟ ਦੇ ਵਿੱਚ ਪਾਰਟੀਸਪੇਟ ਵੀ ਕੀਤਾ ਔਰ ਹਿੰਦੂ ਮੁਸਲਿਮ ਯੂਨਿਟੀ ਦੇ ਵਿੱਚ, ਖਾਦੀ ਦੇ ਵਿੱਚ, ਔਰ ਉਹਨਾਂ ਨੇ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਸੀ ਉਹ ਬਹੁਤ ਜ਼ਬਰਦਸਤ ਸੀਗੀ। ਉਹ ਵਾਪਸ ਨਹੀਂ ਗਏ। ਜਦੋਂ ਪਾਕਿਸਤਾਨ ਬਣਿਆ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਪਾਕਿਸਤਾਨ ਕਿਉਂ ਨਹੀਂ ਗਏ ਜਦੋਂ ਪਾਕਿਸਤਾਨ ਬਣਿਆ? ਕਹਿੰਦੇ ਮੈਂ ਕਿਉਂ ਜਾਵਾਂ ਆਪਣਾ ਦੇਸ਼ ਛੱਡ ਕੇ, ਇਹ ਮੇਰਾ ਦੇਸ਼ ਹੈ, ਮੈਂ ਤੇ ਆਪਣੇ ਦੇਸ਼ ਵਾਸਤੇ। ਫਿਰ ਉਹਨਾਂ ਨੇ ਬਾਅਦ 'ਚ ਕਸਤੂਰਬਾ ਆਸ਼ਰਮ ਦੀ ਇੰਚਾਰਜ ਵੀ ਬਣੀ ਉੱਥੇ ਰਾਜਪੁਰਾ ਦੇ ਵਿੱਚ। ਤੇ ਹੁਣੇ ਪਿੱਛੇ ਜੇ ਮੈਂ ਸੋਸ਼ਲ ਮੀਡੀਆ ਤੇ ਉਹਨਾਂ ਦਾ ਦੇਖ ਵੀ ਰਹੀ ਸੀ, ਬੀਬੀ ਅਮਤੂ ਸਲਾਮ ਦਾ, ਤੇ ਉਹਨਾਂ ਨੇ ਕਿੰਨੀ ਵਾਰੀ ਗਾਂਧੀ ਜੀ ਦੇ ਕਹਿਣ ਦੇ ਉੱਤੇ ਜਿੱਥੇ ਰਾਈਟਸ ਹੋਏ, ਜਿਵੇਂ ਨੁਆਖਲੀ ਰਾਈਟਸ ਹੋਏ, ਉੱਥੇ ਰਾਈਟਸ ਨੂੰ ਮੁਸਲਿਮਸ ਨੂੰ ਪਰਸਿਊ ਕਰਨ ਵਾਸਤੇ ਗਏ ਵੀ ਨਹੀਂ ਤੁਸੀਂ ਰਾਈਟਸ ਨਾ ਕਰੋ, ਇਹ ਖੂਨ ਖਰਾਬਾ ਨਾ ਕਰੋ। ਫਿਰ ਉਹ ਸਿੰਧ ਦੇ ਵਿੱਚ ਪੀਰ ਪਗਾਰੋ ਜੇਲ੍ਹ ਦੇ ਵਿੱਚ ਸੀਗਾ, ਉਹਨੂੰ ਕਹਿਣ ਗਏ ਵੀ ਤੁਸੀਂ ਇਹ ਰੋਕੋ, ਜਿਹੜੇ ਸਿੰਧ ਦੇ ਵਿੱਚ ਰਾਈਟਸ ਹੋ ਰਹੇ ਨੇ ਹਿੰਦੂ ਮੁਸਲਿਮਸ ਦੇ, ਇਹਨਾਂ ਨੂੰ ਰੋਕੋ। ਸੋ ਇੱਦਾਂ ਦੇ ਕਈ ਜਿਹੜੇ ਮੈਨੂੰ ਹੌਲੀ ਹੌਲੀ ਜਿਵੇਂ ਮਿਲਦੇ ਗਏ, ਮੈਂ ਉਹਨਾਂ ਨੂੰ ਆਪਣੀ ਕਿਤਾਬ ਦੇ ਵਿੱਚ ਸ਼ਾਮਿਲ ਕੀਤਾ। ਫਿਰ ਮੈਂ ਨਿਊਜ਼ਪੇਪਰ ਵੀ ਦੇਖੀਆਂ, ਜਿਹੜੀ ਗੱਲ ਮੈਨੂੰ ਨਿਊਜ਼ਪੇਪਰ ਤੋਂ ਲੱਗੀ ਪਤਾ, ਜਾਂ ਜਿਹੜੇ ਬ੍ਰਿਟਿਸ਼ ਰਿਕਾਰਡ ਸੀਗੇ ਉਹਨਾਂ ਤੋਂ ਜਿਹੜੀਆਂ ਦੇਖੀਆਂ, ਮੈਂ ਹੌਲੀ ਹੌਲੀ ਕਿਤਾਬ 'ਚ ਸ਼ਾਮਿਲ ਕਰਦੀ ਗਈ। ਅੱਜ ਕੱਲ੍ਹ ਮੈਂ ਪੰਜਾਬ ਲੈਵਲ ਦਾ ਇੱਕ ਐਂਟਰੈਂਸ ਕਲੀਅਰ ਕਰਨ ਲਈ ਹਿਸਟਰੀ ਪੜ੍ਹ ਰਹੀ ਹਾਂ, ਤਾਂ ਮਤਲਬ ਮੈਨੂੰ ਵੀ ਬੜੀ ਹੈਰਾਨੀ ਹੋਈ ਇਸ ਚੀਜ਼ ਦੀ ਕਿ ਜਦੋਂ ਸਾਨੂੰ ਫਰੀडम ਫਾਈਟਰਸ ਪੜ੍ਹਾਏ ਜਾਂਦੇ ਨੇ ਤਾਂ ਉਹਨਾਂ ਵਿੱਚ ਕਿਸੇ ਵੀ ਔਰਤ ਦਾ ਖਾਸ ਤੌਰ ਤੇ ਕੋਈ ਜ਼ਿਕਰ ਨਹੀਂ ਆਉਂਦਾ। ਸਿਰਫ ਐਨੀ ਬਸੰਤ ਜਿਹੜੀ ਕਿ ਇੱਕ ਆਇਰਿਸ਼ ਲੇਡੀ ਸੀ, ਹੈ ਨਾ, ਉਹਨਾਂ ਦਾ ਜ਼ਿਕਰ ਆਉਂਦਾ ਸਿਰਫ। ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦੀਆਂ ਔਰਤਾਂ ਜਾਂ ਇਸ ਸਾਰੇ ਜਿਹੜੇ ਸਟਰਗਲ ਦੇ ਵਿੱਚ ਸਾਰੀਆਂ ਔਰਤਾਂ ਦਾ ਕੰਟਰੀਬਿਊਸ਼ਨ ਕਿਉਂ ਨਹੀਂ ਇਤਿਹਾਸਕਾਰਾਂ ਵੱਲੋਂ ਲਿਖਿਆ ਜਾਂਦਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਇਤਿਹਾਸਕਾਰ ਨੇ, ਹੁਣ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਹੋਣਗੀਆਂ, ਈਵਨ ਐਗਰੀਕਲਚਰ ਤੇ ਐਗਰੇਰੀਅਨ ਤੇ ਲਿਖੀਆਂ ਨੇ, ਕਿਸੇ ਵੀ ਉਹਦੇ ਤੇ ਲਿਖੀਆਂ ਨੇ ਕਿ ਐਗਰੇਰੀਅਨ ਵਿਮਨ ਤੋਂ ਬਿਨਾਂ ਪੋਸੀਬਲ ਹੈ, ਐਗਰੀਕਲਚਰ ਪੋਸੀਬਲ ਹੈ ਔਰਤਾਂ ਤੋਂ ਬਿਨਾਂ, ਪਰ ਤੁਹਾਨੂੰ ਉਹਨਾਂ ਦੀ ਕੰਟਰੀਬਿਊਸ਼ਨ ਕਿਉਂਕਿ ਬਾਇਸਡ ਹੈ, ਬਾਇਸਡ ਸਟੱਡੀ ਹੈ। ਹੁਣ ਇਸੇ ਕਰਕੇ ਤੇ UGC ਨੇ ਸ਼ੁਰੂ ਕੀਤਾ ਸੀ, ਕਿਉਂਕਿ ਜਦੋਂ 1975 ਦੇ ਵਿੱਚ ਇਹਨਾਂ ਨੇ ਫਸਟ ਟਾਈਮ ਵਿਮਨਸ ਡੇ ਸੈਲੀਬ੍ਰੇਟ ਕਰਨਾ ਸ਼ੁਰੂ ਕੀਤਾ, ਇੰਟਰਨੈਸ਼ਨਲ ਵਿਮਨਸ ਡੇ 1975 'ਚ ਸ਼ੁਰੂ ਕੀਤਾ, ਉਦੋਂ ਇਹਨਾਂ ਨੇ ਦੇਖਿਆ ਕਿ ਜਿਹੜੀ ਵਿਮਨ ਦੀ ਇਹਨਾਂ ਨੇ ਸਰਵੇ ਕੀਤਾ, ਹਰ ਉਹਦੇ ਜਾ ਕੇ ਇਹਨਾਂ ਨੇ ਇੱਕ ਨਾ ਰਿਪੋਰਟ ਤਿਆਰ ਕੀਤੀ ਟੂਵਰਡਸ ਇਕੁਐਲਿਟੀ।
ਉਸ ਦੇ ਵਿੱਚ ਇਹਨਾਂ ਨੇ ਦੇਖਿਆ ਕਿ ਔਰਤਾਂ ਦੀ ਮਰਦਾਂ ਦੇ ਨਾਲ ਕਿੰਨੀ ਇਕੁਐਲਿਟੀ ਹੈ। ਇਕੁਐਲਿਟੀ ਹੈ ਹੀ ਨਹੀਂ। ਪਹਿਲੀ ਗੱਲ ਤਾਂ ਜਿਹੜੀ ਰੇਸ਼ੋ ਹੈ, ਸੈਕਸ ਰੇਸ਼ੋ ਹੈ, ਉਹ ਕਦੀ ਵੀ 900 ਨਹੀਂ ਟੱਪੀ। 1000 ਅਗਰ ਮੇਲ ਨੇ ਤਾਂ ਫੀਮੇਲ ਜਿਹੜੀਆਂ ਨੇ ਉਹ 900 ਤੋਂ ਘੱਟ ਹੀ ਰਹੀਆਂ ਨੇ। ਬਿਲਕੁਲ 800 ਔਰ 900 ਦੇ ਵਿੱਚ ਰਹੀਆਂ ਨੇ। ਕਿਉਂ ਮਾਰਦੇ ਨੇ ਲੜਕੀਆਂ ਨੂੰ? ਕੀ ਵਜ੍ਹਾ ਹੈ ਲੜਕੀਆਂ ਨੂੰ ਮਾਰਦੇ ਨੇ? ਔਰ ਮੈਂ ਇਹ ਹੈਰਾਨ ਆ ਕਿ ਮੈਂ ਅਗਰ ਮੇਰਾ ਤੁਸੀਂ ਕਿਸੇ ਆਦਮੀ ਦੇ ਨਾਲ ਮੁਕਾਬਲਾ ਕਰੋ ਤੇ ਮੈਂ ਕੀ ਘੱਟ ਹਾਂ? ਮੇਰੇ ਹਸਬੈਂਡ ਦੀ ਮੈਂ ਆਈ ਵਾਸ 27 ਇਅਰਸ 올ਡ ਜਦੋਂ ਮੇਰੇ ਹਸਬੈਂਡ ਦੀ ਡੈਥ ਹੋ ਗਈ ਤੇ ਮੈਂ ਤੇ ਇਕੱਲੇ ਆਪਣਾ ਪਰਿਵਾਰ ਪਾਲਿਆ। ਮੈਂ ਪ੍ਰੋਫੈਸਰ ਵੀ ਬਣੀ ਪੰਜਾਬ ਯੂਨੀਵਰਸਿਟੀ ਦੇ ਵਿੱਚ, ਮੈਂ PhD ਵੀ ਕੀਤੀ, ਪ੍ਰੋਫੈਸਰ ਵੀ ਬਣੀ, ਮੈਂ ਸਭ ਕੁਝ ਕੀਤਾ ਤੇ ਮੈਂ ਕਿਹੜੀ ਗੱਲੋਂ ਆਦਮੀ ਤੋਂ ਘੱਟ ਆ? ਤੇ ਫਿਰ ਮੈਨੂੰ ਕਿਉਂ ਤੁਸੀਂ ਸੋਚੋ ਕਿ ਮੈਨੂੰ ਉਹ ਦਰਜਾ ਨਹੀਂ ਮਿਲਣਾ ਚਾਹੀਦਾ? ਮੈਂ ਤਾਂ ਸੋਚਦੀ ਹਾਂ ਕਿ ਸ਼ਾਇਦ ਆਈ ਐਮ ਬੈਟਰ ਦੈਨ ਅ ਮੈਨ। ਆਈ ਐਮ ਬੈਟਰ ਦੈਨ ਅ ਮੈਨ। ਤੇ ਮੈਂ ਹਰ ਔਰਤ ਨੂੰ, ਪੰਜਾਬ ਦੀ ਹਰ ਔਰਤ ਨੂੰ, ਕਿ ਹਿੰਦੁਸਤਾਨ ਦੀ ਹਰ ਔਰਤ ਨੂੰ ਇਹ ਮੇਰਾ ਇੱਕ ਮੈਸੇਜ ਹੈ ਕਿ ਤੁਸੀਂ ਲੜਕੀਆਂ ਨੂੰ ਘੱਟ ਨਾ ਸਮਝੋ। ਤੁਸੀਂ ਉਹਨਾਂ ਨੂੰ ਡਾਊਰੀ ਨਾ ਦਿਓ, ਕੋਈ ਜ਼ਰੂਰਤ ਨਹੀਂ ਡਾਊਰੀ ਦੇਣ ਦੀ, ਪਰ ਉਹਨਾਂ ਨੂੰ ਐਜੂਕੇਸ਼ਨ ਜ਼ਰੂਰ ਦਿਓ। ਉਹਨਾਂ ਨੂੰ ਫੁੱਲੀ ਐਜੂਕੇਟ ਕਰੋ, ਉਹਨਾਂ ਨੂੰ ਹੱਕ ਦਿਓ ਪੜ੍ਹਨ ਦਾ, ਔਰ ਉਹਨਾਂ ਨੂੰ ਆਪਣਾ ਜਿਹੜੀ ਉਹਨਾਂ ਦੀ ਉਹ ਹੈ ਆਪਣਾ ਪਰਸਨੈਲਿਟੀ ਹੈ ਉਹਨੂੰ ਨਿਖਰਨ ਦਿਓ, ਉਹਨਾਂ ਦੀ ਮਦਦ ਕਰੋ। ਹਾਂ, ਲੇਕਿਨ ਇਹ ਵੀ ਜ਼ਰੂਰ ਹੈ ਕਿ ਮੈਂ ਲੜਕੀਆਂ ਨੂੰ ਵੀ ਇਹ ਮੈਸੇਜ ਦਿਆਂਗੀ ਕਿ ਜੇ ਤੁਹਾਨੂੰ ਫਰੀडम ਮਿਲਦੀ ਹੈ ਤਾਂ ਉਸ ਫਰੀडम ਦਾ ਨਜਾਇਜ਼ ਫਾਇਦਾ ਨਾ ਉਠਾਉਣ। ਆਪਣੇ ਆਪ ਨੂੰ ਪੜ੍ਹਾਉਣ, ਉਹ ਕਰਨ, ਆਪਣਾ ਕਰੀਅਰ ਚੂਜ਼ ਕਰਨ ਔਰ ਸ਼ਾਈਨ ਕਰਨ, ਸਮਾਜ ਨੂੰ ਵੀ ਉੱਚਾ ਉਠਾਉਣ ਔਰ ਪਰਿਵਾਰ ਨੂੰ ਵੀ ਉੱਚਾ ਉਠਾਉਣ ਔਰ ਆਪਣਾ ਵੀ ਪਰਿਵਾਰ ਦੇਖਣ। ਅਗਲੀ ਗੱਲ ਮੈਂ ਇਹੀ ਕਰਨਾ ਚਾਹੁੰਦੀ ਸੀ, ਜਦੋਂ ਤੁਹਾਡੇ ਵਿਆਹ ਤੋਂ ਬਾਅਦ 4 ਸਾਲ ਬਾਅਦ ਹੈ ਨਾ ਸਰ ਦਾ ਕਤਲ ਹੋ ਗਿਆ, ਅਣਸੁਲਝਿਆ ਹਾਲੇ ਤੱਕ ਵੀ ਕੁਝ ਨਹੀਂ ਪਤਾ ਚੱਲਿਆ ਸ਼ਾਇਦ। ਹਾਂਜੀ। ਉਸ ਤੋਂ ਬਾਅਦ ਮਤਲਬ ਇੰਨੇ ਬਹੁਤ ਛੇਤੀ 4 ਸਾਲ ਬਹੁਤ ਥੋੜੇ ਹੁੰਦੇ ਨੇ ਜ਼ਿੰਦਗੀ ਦਾ ਇੱਕ ਦੂਜੇ ਨਾਲ। 4.5 ਸਾਲ ਹੋਏ ਸੀ ਤਕਰੀਬਨ। ਕਿਵੇਂ ਦੇ ਉਸ ਤੋਂ ਬਾਅਦ ਜ਼ਿੰਦਗੀ? ਦੇਖੋ, ਇਹ ਤਾਂ ਸ਼ਬਦਾਂ 'ਚ ਬਿਆਨ ਕਰਨਾ ਤਾਂ ਬਹੁਤ ਔਖਾ ਹੈ ਕਿ ਕਿੰਨਾ ਔਖਾ ਲੱਗਿਆ ਜਾਂ ਕਿੰਨਾ ਮੈਂ ਦਰਦ ਮਹਿਸੂਸ ਕੀਤਾ, ਕਿਉਂਕਿ ਬਹੁਤ ਛੋਟੀ ਉਮਰ ਸੀ ਮੇਰੀ, 27 ਇਅਰਸ ਦੀ ਮੇਰੀ ਏਜ ਸੀਗੀ। ਪਰ ਇਹ ਹੈ ਵੀ ਬੱਚੇ ਸੀ ਮੇਰੇ, 2 ਬੱਚੇ ਨੇ ਮੇਰੇ। ਮੈਂ ਥੋੜ੍ਹਾ ਜਿਹਾ, ਮੈਨੂੰ ਪਰਿਵਾਰ ਨੇ ਵੀ ਬੜਾ ਸਾਥ ਦਿੱਤਾ, ਮੇਰੇ ਇਨ-ਲॉज ਦੀ ਫੈਮਿਲੀ ਨੇ, ਪੇਰੈਂਟਸ ਦੀ ਫੈਮਿਲੀ ਨੇ ਵੀ ਬੜਾ ਸਾਥ ਦਿੱਤਾ। ਲੋਕਾਂ ਨਾਲ ਵੀ ਕੋਈ ਇਹ ਨਹੀਂ ਹੈ, ਥੋੜ੍ਹੀ ਬਹੁਤ ਗੱਲਾਂ ਕਰਦੇ ਰਹੇ, ਪਰ ਇਹ ਨਹੀਂ ਕਿ ਮੈਨੂੰ ਕਿਸੇ ਨੇ ਕੋਈ ਗਲਤ ਕਿਹਾ। ਲੇਕਿਨ ਇਹ ਹੈ ਕਿ ਮੈਂ ਪੜ੍ਹੀ ਲਿਖੀ ਸੀਗੀ, ਆਲਰੇਡੀ ਮੈਂ MCM DAV ਕਾਲਜ ਦੇ ਵਿੱਚ ਜੌਬ ਕਰਦੀ ਸੀ, ਮੈਰਿਜ ਤੋਂ ਪਹਿਲੇ ਕਰਦੀ ਸੀਗੀ। ਤੇ ਉਹ ਸਗੋਂ ਮੈਂ ਇੱਥੋਂ ਰਿਜ਼ਾਈਨ ਕਰਕੇ ਗਈ ਸੀ UP ਆਪਣੇ ਹਸਬੈਂਡ ਕੋਲ, ਉਹ IPS ਆਫੀਸਰ ਸੀ। ਲੇਕਿਨ ਇਹ ਹੈ ਕਿ ਮੇਰੀ ਜਲਦੀ ਜੌਬ ਲੱਗ ਗਈ ਤੇ ਮੈਨੂੰ ਇਹ ਸੀ ਕਿ ਮੈਂ ਇਕਨੋਮਿਕਲੀ ਇੰਡੀਪੈਂਡੈਂਟ ਹੋ ਗਈ, ਤੇ ਇਸ ਕਰਕੇ ਮੁਸ਼ਕਿਲ ਤਾਂ ਬਹੁਤ ਹੁੰਦਾ ਹੈ, ਲੇਕਿਨ ਥੋੜੀ ਜਿਹੀ ਹਿੰਮਤ ਤਾਂ ਕਰਨੀ ਪੈਂਦੀ ਹੈ। ਹਿੰਮਤ ਕਰੋ ਤੇ ਕੁਝ ਵੀ ਮੁਸ਼ਕਿਲ ਨਹੀਂ। PhD ਉਸ ਤੋਂ ਬਾਅਦ ਮੁਕੰਮਲ ਕੀਤੀ? PhD ਮੈਂ 1990 ਵਿੱਚ ਕੀਤੀ। ਮੇਰੇ ਹਸਬੈਂਡ ਦੀ ਤਾਂ 1981 ਵਿੱਚ ਡੈਥ ਹੋਈ ਸੀ। PhD ਮੈਂ 1990 ਵਿੱਚ ਕੀਤੀ। ਮੈਂ 1981 ਤੋਂ ਪੰਜਾਬ ਯੂਨੀਵਰਸਿਟੀ 'ਚ ਪ੍ਰੋਫੈਸਰ ਰਹੀ ਹਾਂ ਔਰ 2019 'ਚ ਮੈਂ ਰਿਟਾਇਰ ਹੋਈ ਹਾਂ ਐਟ ਦੀ ਏਜ ਆਫ 65। ਬੜਾ ਅੱਛਾ ਸਫ਼ਰ ਨਿਕਲ ਗਿਆ, ਕੋਈ ਇਹ ਨਹੀਂ ਹੈ ਵੀ, ਕਿਉਂਕਿ ਜੇ ਤੁਸੀਂ ਇਕਨੋਮਿਕਲੀ ਇੰਡੀਪੈਂਡੈਂਟ ਹੋ ਫਿਰ ਤੁਹਾਨੂੰ ਕਿਸੇ ਦੇ ਅੱਗੇ ਹੱਥ ਨਹੀਂ ਅੱਡਣੇ ਪੈਂਦੇ। ਜੇ ਇਕਨੋਮਿਕਲੀ ਇੰਡੀਪੈਂਡੈਂਟ ਨਾ ਹੋ ਫਿਰ ਥੋੜੀ ਜਿਹੀ ਮੁਸ਼ਕਲਾਂ ਆਉਂਦੀਆਂ ਨੇ। ਬਾਕੀ ਦੇਖੋ, ਬੱਚਿਆਂ ਨੂੰ ਇਕੱਲੇ ਸੈਟਲ ਕਰਨ ਵਾਸਤੇ ਥੋੜਾ ਜਿਹਾ ਮੁਸ਼ਕਲ ਤਾਂ ਹੁੰਦੀ, ਪਰ ਮੇਰੇ ਬੱਚਿਆਂ ਨੇ ਵੀ ਬੜਾ ਕੋਆਪਰੇਟ ਕੀਤਾ। ਦੋਨੋਂ ਬੱਚੇ ਮੇਰੇ ਪੜ੍ਹਨ 'ਚ ਅੱਛੇ ਰਹੇ ਨੇ ਔਰ ਉਹ ਆਪ ਵੀ PhD ਨੇ। ਮੇਰਾ ਬੇਟਾ ਤੇ ਪੋਸਟ ਡਾਕਟਰੇਟ ਹੈ। ਹਾਂਜੀ ਮੈਮ, ਇਹ ਮੈਨੂੰ ਲੱਗਦਾ ਵੀ ਬਹੁਤ ਘੱਟ ਔਰਤਾਂ ਦੀ ਖੁਸ਼ਨਸੀਬੀ ਹੋਊਗੀ ਕਿ ਇਦਾਂ ਦਾ ਕੋਈ ਹਾਦਸਾ ਹੋਣ ਤੋਂ ਬਾਅਦ ਉਹਨਾਂ ਨੂੰ ਚੰਗੇ ਪਰਿਵਾਰ ਨੇ ਜਿਹੜੇ ਸਪੋਰਟ ਕਰਦੇ ਆ। ਇਹ ਵੀ ਸੋਚਦੀ ਹਾਂ ਕਈ ਵਾਰੀ, ਤੁਹਾਡੀ ਗੱਲ ਠੀਕ ਹੈ, ਕਈ ਵਾਰੀ ਮੈਂ ਸੋਚਦੀ ਹਾਂ ਵੀ ਕਈ ਔਰਤਾਂ ਮੈਂ ਦੇਖੀਆਂ ਨੇ ਵੀ ਜਿਹੜੀਆਂ ਪੜ੍ਹੀਆਂ ਲਿਖੀਆਂ ਨਹੀਂ ਹੁੰਦੀਆਂ, ਉਹ ਕੋਈ ਜੌਬ ਨਹੀਂ ਕਰ ਸਕਦੀਆਂ, ਲੋਕ ਉਹਨਾਂ ਨੂੰ ਐਕਸਪਲੋਇਟ ਵੀ ਕਰਦੇ ਨੇ, ਜਾਂ ਉਹ ਕੋਈ ਸਿਲਾਈ ਕਰ ਰਹੀ ਹੈ ਜਾਂ ਕੋਈ ਛੋਟਾ ਮੋਟਾ ਕੰਮ ਕਰ ਰਹੀਆਂ ਨੇ। ਮੈਂ ਇਸੇ ਕਰਕੇ ਕਹਿੰਦੀ ਹਾਂ ਵੀ ਔਰਤ ਦਾ ਪੜ੍ਹਨਾ ਬਹੁਤ ਜ਼ਰੂਰੀ ਹੈ। ਇਹ ਮੇਰਾ ਇੱਕ ਬੜਾ ਸਟਰੋਂਗ ਮੈਸੇਜ ਹੈ ਲੋਕਾਂ ਨੂੰ ਕਿ ਆਪਣੀਆਂ ਬੇਟੀਆਂ ਨੂੰ ਜ਼ਰੂਰ ਪੜ੍ਹਾਓ, ਤਾਂ ਕਿ ਵਕਤ ਬੇਵਕਤ ਅਗਰ ਉਹਨਾਂ ਦੇ ਉੱਤੇ ਕੋਈ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ। ਹਾਂਜੀ, ਪਹਿਲੀ ਗੱਲ ਤਾਂ ਉਹਨਾਂ ਦਾ ਵਿਆਹ ਹੀ ਤੁਸੀਂ ਪੈਰਾਂ 'ਤੇ ਖੜੇ ਹੋਣ ਤੇ ਤਾਂ ਕਰੋ। ਉਹਨਾਂ ਨੂੰ ਜੌਬ ਦੀ ਓਪਰਚੁਨਿਟੀ ਜ਼ਰੂਰ ਦਿਓ। ਹਾਂਜੀ, ਜਦੋਂ ਤੁਸੀਂ ਉੱਪਰ ਗਏ ਸੀ ਮੈਨੂੰ ਕਿਤਾਬ ਫੜਾ ਕੇ, ਤਾਂ ਇਹਦੇ ਵਿੱਚ ਇੱਕ ਕਵਿਤਾ ਲਿਖੀ ਹੋਈ ਸੀਗੀ ਕਿ ਅਕੇਲਾਪਨ ਬਹੁਤ ਅਖਰਤਾ ਹੈ ਨਾ। ਹੁਣ ਮੈਂ
ਆਉਂਦੀ ਹੋਈ ਇਹੀ ਚੀਜ਼ਾਂ ਨੋਟ ਕਰ ਰਹੀ ਸੀ ਕਿ ਹੁਣ ਤੁਸੀਂ ਰਿਟਾਇਰਡ ਹੋ ਗਏ ਹੋ, ਹੈ ਨਾ। ਜਦੋਂ ਬੰਦਾ ਸਾਰੀ ਉਮਰ ਕਮਾਉਂਦਾ ਤਾਂ ਉਹਨੂੰ ਲੱਗਦਾ ਹੁੰਦਾ ਕਿ ਆਫਟਰ ਰਿਟਾਇਰਮੈਂਟ ਮੈਂ ਪਰਿਵਾਰ 'ਚ ਬੈਠੂੰਗਾ, ਮੇਰਾ ਆਪਣਾ ਇੱਕ ਪਰਿਵਾਰ ਹੋ, ਸਕੂਨ ਵਾਲੇ ਪਲ ਹੋਣਗੇ, ਹੈ ਨਾ। ਹੁਣ ਇਕੱਲੇ ਕਿਉਂ ਰਹਿਣ ਲੱਗ ਗਏ? ਨਹੀਂ, ਮੈਂ ਇਕੱਲੀ ਤਾਂ ਰਹਿੰਦੀ ਹਾਂ, ਮੈਂ ਨਾਲ ਬੱਚਿਆਂ ਕੋਲ ਵੀ ਜਾਂਦੀ ਹਾਂ। ਹਾਂਜੀ। 5-7 ਦਿਨ ਇੱਥੇ ਰਹਿੰਦੀ ਹਾਂ, 5-7 ਦਿਨ ਆਪਣੇ ਬੱਚਿਆਂ ਕੋਲ ਚਲੀ ਜਾਂਦੀ ਹਾਂ। ਵੈਸੇ ਹੀ ਬਸ ਇਕੱਲੇ ਰਹਿ ਕੇ ਜਿਹੜਾ ਆਪਣੀ ਲਾਈਫ ਦਾ ਮੇਰਾ ਹੈ, ਜਿਹੜੀ ਮੂਮੈਂਟਸ ਨੇ ਉਹਨਾਂ ਨੂੰ ਮੈਂ ਆਪਣੀਆਂ ਕਵਿਤਾਵਾਂ ਦੇ ਵਿੱਚ ਕੈਚ ਕਰ ਰਹੀ ਹਾਂ। ਮੈਂ ਕੋਈ ਪਹਿਲਾਂ ਮੈਨੂੰ ਕੋਈ ਕਵਿਤਾ ਲਿਖਣ ਦਾ ਸ਼ੌਕ ਨਹੀਂ ਸੀਗਾ, ਇਹ ਮੈਨੂੰ ਹੁਣੇ ਹੀ ਹੋਇਆ ਸ਼ੌਕ। ਮੈਂ ਕੋਈ 50 ਪੋਇਮਸ ਲਿਖ ਚੁੱਕੀ ਹਾਂ ਔਰ ਜਲਦੀ ਮੈਂ ਇਹਨੂੰ ਕਿਤਾਬ ਦੀ ਸ਼ੇਪ ਦੇ ਕੇ ਉਹ ਕਰਾਂਗੀ। ਅਤੇ ਕੁਝ ਮੇਰੀਆਂ ਪੋਇਮਸ YouTube 'ਤੇ ਵੀ ਆ ਚੁੱਕੀਆਂ ਨੇ, ਕੁਝ ਪੋਇਮਸ ਛਪ ਵੀ ਚੁੱਕੀਆਂ ਨੇ ਔਰ ਕੁਝ ਅਖਬਾਰਾਂ 'ਚ ਛਪ ਚੁੱਕੀਆਂ ਨੇ ਔਰ 1-2 ਪੋਇਮਸ ਮੇਰੀਆਂ MCM DAV ਕਾਲਜ ਨੇ ਵੀ ਸਿਲੈਕਟ ਕੀਤੀਆਂ ਨੇ ਆਪਣੀ, ਉਹਨਾਂ ਨੇ ਕੋਈ ਉਹ ਕਲੈਕਸ਼ਨ ਰਿਲੀਜ਼ ਕਰਨ ਲੱਗੇ ਨੇ। ਅਤੇ ਵੈਸੇ ਹੀ ਬਸ ਇਕੱਲੇ ਰਹਿਣ ਦਾ ਕੋਈ ਇਹ ਨਹੀਂ ਵੀ ਮੈਂ ਕਿਉਂ ਰਹਿ ਰਹੀ ਹਾਂ। ਆਪਣੇ ਆਪ 'ਚ ਇੱਕ ਜਿਸ ਤਰ੍ਹਾਂ ਤੁਸੀਂ ਆਪਣੇ ਦਾਇਰੇ ਦੇ ਵਿੱਚ, ਆਪਣੀ ਯਾਦ ਦੇ ਵਿੱਚ ਰਹਿਣਾ ਚਾਹੁੰਦੇ ਹੋ, ਦੈਟ ਇਜ਼ ਲਾਈਕ ਦੈਟ, ਕਿ ਮੈਂ ਉਸ ਯਾਦ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦੀ। ਜਾਣ ਤੋਂ ਪਹਿਲਾਂ ਮੈਂ ਕਵਿਤਾ ਸੁਣੂੰਗੀ। ਤੁਹਾਨੂੰ ਦੇਖ ਕੇ ਮੈਨੂੰ ਲੱਗਦਾ ਵੀ ਹਾਂ, ਜ਼ਿੰਦਗੀ ਤੁਸੀਂ ਬਹੁਤ ਸੋਹਣੀ ਸੰਭਾਲੀ ਆ, ਹੈ ਨਾ। ਕਲਰਫੁਲ ਕੱਪੜੇ ਦੇਖ ਕੇ, ਤੁਹਾਡੇ ਚਿਹਰੇ ਦੀ ਸਮਾਈਲ ਦੇਖ ਕੇ, ਮਤਲਬ ਇਹ ਬਹੁਤ ਸਾਰੀਆਂ ਔਰਤਾਂ ਲਈ ਹੌਸਲਾ ਹੋਊਗਾ। ਨਹੀਂ ਤਾਂ ਜ਼ਿੰਦਗੀ 'ਚ ਲੋਕ ਕਹਿ ਦਿੰਦੇ ਆ ਵੀ ਪਤੀ ਦਾ ਜਾਣਾ ਮਤਲਬ ਤੁਹਾਡੀ ਲਾਈਫ 'ਤੇ ਇੱਕ ਫੁੱਲ ਸਟਾਪ ਲੱਗ ਗਿਆ, ਹੈ ਨਾ, ਤੁਹਾਡੀ ਜ਼ਿੰਦਗੀ ਉਸ ਤੋਂ ਬਾਅਦ ਜ਼ੀਰੋ ਹੋ ਗਈ। ਤਾਂ ਮੇਰਾ ਤੁਹਾਡੇ ਨਾਲ ਗੱਲ ਕਰਨ ਦਾ ਮਤਲਬ ਵੀ ਇਹੀ ਸੀ ਵੀ ਇਹ ਹੌਸਲਾ ਜਿਹੜਾ ਕਦੇ ਕਦੇ ਸਾਨੂੰ ਦੂਜੇ ਨੂੰ ਵੇਖ ਕੇ ਇੱਦਾਂ ਦਾ ਮਿਲ ਜਾਂਦਾ ਵੀ ਜ਼ਿੰਦਗੀ ਪਲਟ ਜਾਂਦੀ ਹੈ, ਇੱਕਦਮ ਬਦਲ ਜਾਂਦੀ ਹੈ, ਹੈ ਨਾ। ਹੁਣ ਜਦੋਂ ਫਰੀडम ਫਾਈਟਰਸ ਦੇ ਪਰਿਵਾਰ ਦੇਖਦੇ ਹਾਂ ਅਸੀਂ, ਤੁਸੀਂ ਚਾਹੇ ਉਹਦੇ 'ਚ ਸ਼ਹੀਦ ਊਧਮ ਸਿੰਘ ਦਾ ਪਰਿਵਾਰ ਲਾ ਲਓ, ਪਿੱਛੇ ਜੇ ਅਸੀਂ ਖਟਕੜ ਕਲਾਂ ਗਏ ਜਿੱਥੇ ਅਸੀਂ ਭਗਤ ਸਿੰਘ ਉਹਨਾਂ ਦੇ ਨਾਨਕਾ ਪਿੰਡ ਮੋਰਾਂ ਵਾਲੀ ਗਏ, ਤਾਂ ਕਿਤੇ ਨਾ ਕਿਤੇ ਪਰਿਵਾਰਾਂ ਦੇ ਮਨਾਂ 'ਚ ਸ਼ਿਕਾਇਤ ਜ਼ਰੂਰ ਹੈ ਕਿ ਸਰਕਾਰਾਂ ਨੇ ਉਹਨਾਂ ਨੂੰ ਉਹਨਾਂ ਦੇ ਇਸ ਬਲੀਦਾਨ ਦਾ ਜਿਹੜਾ ਮੁੱਲ ਆ ਉਹ ਨਹੀਂ ਪਾਇਆ ਜਾਂ ਦਿੱਤਾ ਨਹੀਂ ਹੈਗਾ, ਹੈ ਨਾ। ਤੁਹਾਡੇ ਮਨ 'ਚ ਵੀ ਇਹ ਚੀਜ਼ਾਂ ਦਾ ਖਿਆਲ ਆਉਂਦਾ ਕਿ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਇਹਨਾਂ ਪਰਿਵਾਰਾਂ 'ਤੇ ਉਸ ਕਦਰ ਤਵੱਜੋ ਨਹੀਂ ਦਿੰਦੀਆਂ? ਨਹੀਂ, ਦੇਖੋ, ਜੇ ਜਿੱਥੋਂ ਤੱਕ ਕੰਪਨਸੇਸ਼ਨ ਹੈ ਉਹ ਤਾਂ ਸਰਕਾਰ ਕਦੀ ਵੀ ਨਹੀਂ ਦੇ ਸਕਦੀ। ਜੇ ਕੋਈ ਜਿਨ੍ਹਾਂ ਦਾ ਪਰਿਵਾਰ ਦਾ ਮੈਂਬਰ ਚਲਾ ਜਾਂਦਾ ਹੈ, ਉਹਦੀ ਕੰਪਨਸੇਸ਼ਨ ਤਾਂ ਕੋਈ ਹੈ ਹੀ ਨਹੀਂ। ਕੀ ਕੰਪਨਸੇਸ਼ਨ ਦੇ ਸਕਦੇ ਹੋ? ਜ਼ਿਆਦਾ ਤੁਸੀਂ ਉਹਨਾਂ ਨੂੰ ਮੋਨੀਟਰੀ ਦੇ ਸਕਦੇ ਹੋ, ਉਹਨਾਂ ਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਜੌਬ ਦੇ ਸਕਦੇ ਹੋ। ਇਸ ਤੋਂ ਜ਼ਿਆਦਾ ਕੀ ਕਰ ਸਕਦੇ ਹੋ? ਉਹ ਤਾਂ ਵੈਸੇ ਵੀ ਸਰਕਾਰ ਦੀ ਕੋਈ ਸਰਕਾਰੀ ਨੌਕਰੀ ਦੇ ਵਿੱਚ ਜਿਵੇਂ ਹੁੰਦਾ ਹੈ, ਉਹਦੇ ਵਿੱਚ ਵੀ ਜਦ ਕਿਸੇ ਦੀ ਡੈਥ ਹੁੰਦੀ ਹੈ ਤਾਂ ਉਹ ਉਹਨੂੰ ਕੋਈ ਨਾ ਕੋਈ ਜੌਬ ਦੇ ਦਿੰਦੇ ਨੇ। ਤਾਂ ਦੈਟ ਇਜ਼ ਲਾਈਕ ਦੈਟ। ਬਾਕੀ ਮਿਲਣਾ ਤਾਂ ਉਹਨਾਂ ਨੂੰ ਚਾਹੀਦਾ। ਉਹਨਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਆਪਣੀ ਜਿਹੜੀ ਪ੍ਰਾਈਮ ਹੈ ਲਾਈਫ ਦਾ। ਮੈਂ ਇੱਕ ਤੁਹਾਨੂੰ ਹੋਰ ਐਗਜ਼ਾਮਪਲ ਦਿੰਦੀ ਹਾਂ। ਮੈਂ ਕਿਸੇ ਉੱਥੇ ਚੰਡੀਗੜ੍ਹ ਦੇ ਵਿੱਚ 19 ਸੈਕਟਰ ਦੇ ਵਿੱਚ ਇੱਕ ਕਿਸੇ ਨੂੰ ਮਿਲਣ ਗਈ, ਫਰੀडम ਫਾਈਟਰ ਨੂੰ। ਉਹਨਾਂ ਦਾ ਨਾਮ ਸੀ ਹੰਸਰਾਜ ਵਾਇਰਲੈਸ। ਉਹਨਾਂ ਨੇ ਨਾ ਇੱਕ ਵਾਇਰਲੈਸ ਤਿਆਰ ਕੀਤੀ ਸੀ, ਉਹ ਭਗਤ ਸਿੰਘ ਦੇ ਗਰੁੱਪ ਵਿੱਚ ਸੀਗੇ। ਉਹਨਾਂ ਨੇ ਜਿਹੜੀ ਵਾਇਰਲੈਸ ਤਿਆਰ ਕੀਤੀ ਸੀ, ਉਹਨਾਂ ਨੇ ਮੈਨੂੰ ਦੱਸਿਆ, ਮੈਂ ਉਹਨਾਂ ਦਾ ਨਾਮ ਹੀ ਇਸੇ ਕਰਕੇ ਵਾਇਰਲੈਸ ਹੋ ਗਿਆ, ਕਿਉਂਕਿ ਉਹਨਾਂ ਨੇ ਵਾਇਰਲੈਸ ਤਿਆਰ ਕੀਤੀ, ਇਸ ਕਰਕੇ ਉਹਨਾਂ ਦਾ ਨਾਮ ਪੈ ਗਿਆ ਹੰਸਰਾਜ ਵਾਇਰਲੈਸ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਕਿਹੜੀ ਵਾਇਰਲੈਸ ਤੁਸੀਂ ਤਿਆਰ ਕੀਤੀ ਸੀ, ਕਿੱਦਾਂ ਕੀਤੀ ਸੀ? ਉਹ ਕਹਿੰਦੇ ਮੈਂ ਇੱਕ ਤਾਰ ਬਣਾਈ ਸੀ ਜਿਹੜੀ ਅਸੀਂ ਰੇਲਵੇ ਟਰੈਕ ਦੇ ਉੱਤੇ ਦੇ ਨੀਚੇ ਬੰਨੀ ਹੋਈ ਸੀ, ਔਰ ਉਹ ਅਸੀਂ ਕੋਡ ਰੱਖੇ ਸੀ ਵੀ ਇੰਨੇ ਅਸੀਂ ਕੋਡ ਦਬਾਵਾਂਗੇ ਅਤੇ ਉੱਥੇ ਮੈਸੇਜ ਚਲਾ ਜਾਏਗਾ, ਉਹਦਾ ਮਤਲਬ ਇਹ ਹੋਏਗਾ। ਅਤੇ ਮੈਂ ਉਹ ਤਾਂ ਚਲੋ ਠੀਕ ਹੈ, ਉਹਨਾਂ ਨੇ ਕੀਤਾ। ਅਤੇ ਮੈਂ ਜਦੋਂ ਉਹਨਾਂ ਨੂੰ ਦੇਖਿਆ ਵੀ ਜਿਸ ਕੰਡੀਸ਼ਨ 'ਚ ਉਹ 19 ਸੈਕਟਰ ਕਿਸੇ ਦੇ ਘਰ ਸਰਕਾਰੀ ਫਲੈਟ ਦੇ ਵਿੱਚ ਕਿਸੇ ਦੇ ਸੀਗੇ, ਹੀ ਵਾਜ਼ ਇਨ ਏ ਵੈਰੀ ਬੈਡ ਕੰਡੀਸ਼ਨ। ਮੈਨੂੰ ਇਹ ਦੁੱਖ ਹੋਇਆ। ਮੈਂ ਕਿਹਾ ਜਿਸ ਇਨਸਾਨ ਨੇ ਦੇਸ਼ ਵਾਸਤੇ ਆਪਣੀ ਕੁਰਬਾਨੀ ਕੀਤੀ ਔਰ ਆਪਣੇ ਜ਼ਿੰਦਗੀ ਦੀ ਕੁਰਬਾਨੀ ਕੀਤੀ, ਪੜ੍ਹਾਈਆਂ ਛੱਡ ਦਿੱਤੀਆਂ, ਆਪਣੀਆਂ ਨੌਕਰੀਆਂ ਛੱਡ ਦਿੱਤੀਆਂ, ਖਾਣਾ ਪੀਣਾ ਛੱਡ ਦਿੱਤਾ, ਔਰ ਮਾਰੇ ਫਿਰਦੇ ਰਹੇ ਕਿ ਅਸੀਂ ਕ੍ਰਾਂਤੀਕਾਰੀ ਅੰਦੋਲਨ ਨੂੰ ਉਹ ਕਰਨਾ ਹੈ, ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਹੈ, ਅਸੀਂ ਦੇਸ਼ ਨੂੰ ਆਜ਼ਾਦ ਕਰਾਉਣਾ ਹੈ। ਉਹਨਾਂ ਦਾ ਅੱਜ ਇਹ ਹਾਲ ਹੋ ਰਿਹਾ। ਬੜੇ ਖਰਾਬ ਜਿਹਾ ਉਹਨਾਂ ਦਾ ਬਿਸਤਰਾ ਔਰ ਟੁੱਟੀ ਹੋਈ ਮੰਜੀ ਦੇ ਉੱਤੇ ਉਹ ਪਏ ਹੋਏ। ਮੈਨੂੰ ਬੜਾ ਦੇਖ ਕੇ ਦੁੱਖ ਹੋਇਆ। ਮੈਂ ਕਿਹਾ ਇਹ ਸਾਡੇ ਦੇਸ਼ ਦੇ ਉੱਤੇ ਕੁਰਬਾਨ ਹੋਣ ਵਾਲਿਆਂ ਦਾ ਹਾਲ ਹੈ, ਅਤੇ ਇਹਨੂੰ ਦੇਖ ਕੇ ਤੇ ਲੋਕਾਂ ਨੂੰ ਲੱਗੇਗਾ ਕਿ ਸਾਨੂੰ ਤੇ ਦੇਸ਼ ਵਾਸਤੇ ਕੁਝ ਵੀ ਨਹੀਂ ਕਰਨਾ ਚਾਹੀਦਾ। ਕੁਝ ਨਹੀਂ ਕਰਨਾ ਚਾਹੀਦਾ। ਬਿਲਕੁਲ, ਬਹੁਤ ਚੰਗੇ ਪਰਿਵਾਰਾਂ ਚੋਂ ਸੀ ਉਹ ਲੋਕ। ਜੇ ਚਾਹੁੰਦੇ ਤਾਂ ਭਗਤ ਸਿੰਘ ਬਹੁਤ ਅੱਛੇ ਪਰਿਵਾਰ ਸੀ। ਬਿਲਕੁਲ, ਜੇ ਉਹ ਚਾਹੁੰਦੇ, ਉਹ ਨੌਜਵਾਨ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੇਖ ਲਓ। ਹਾਂਜੀ, ਕੀ ਅਸੀਂ ਉਹ ਜਜ਼ਬਾ ਹੈ? ਤੇ ਉਹਨਾਂ ਦੇ ਤਾਂ ਜਜ਼ਬੇ ਹੀ ਬੇਮਿਸਾਲ ਸੀਗੇ।
ਕਰਤਾਰ ਸਿੰਘ ਸਰਾਭਾ 19 ਸਾਲ ਦੀ ਕਰਤਾਰ ਸਿੰਘ ਉਮਰ ਸਰਾਭਾ ਨੂੰ ਦੇਖ ਲਓ, ਹਾਂ, ਦੇਖ- ਮਦਨ ਲਾਲ ਢੀਂਗਰਾ ਨੂੰ ਦੇਖ ਲਓ। ਹੂੰ ਮਦਨ ਲਾਲ ਢੀਂਗਰਾ ਨੂੰ ਤੇ ਉਹਨਾਂ ਦੇ ਫਾਦਰ ਨੇ ਕਹਿਤਾ ਸੀ ਹੀ ਇਜ਼ ਨਾਟ ਮਾਈ ਸਨ। ਹੂੰ ਚੰਦਰ ਇਹ ਸ਼ੇਖਰ ਫਿਰ ਆਜ਼ਾਦ ਦੱਸੋ, ਬਹੁਤ ਛੋਟੀ ਉਮਰ 'ਚ ਆਜ਼ਾਦ ਗਏ। ਸੀ। ਬਿਲਕੁਲ ਸਾਰੇ ਹੀ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਅਗਰ ਦੇਖੋ ਤੇ ਬੜੇ ਅਲੂਣੇ ਛੋਟੇ ਛੋਟੇ ਬੱਚੇ ਸੀਗੇ। ਹਾਂਜੀ ਨਹੀਂ ਤੇ ਕਿੱਥੇ ਵਿਆਹ ਕਰਾਉਂਦੇ, ਕਿੱਥੇ ਉਹ ਕਰਦੇ ਤੇ ਆਪਣੇ ਪਰਿਵਾਰ ਬਣਾਉਂਦੇ ਤੇ ਦੇਸ਼ ਤੇ ਕੁਰਬਾਨ ਹੋ ਗਏ। ਮੈਨੂੰ ਵੀ ਲੱਗਦਾ ਹੁੰਦਾ ਵੀ ਤੁਹਾਡੇ ਵਰਗੀਆਂ ਪਰਸਨੈਲਿਟੀਜ਼ ਦੀਆਂ ਵੀ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਇੰਟਰਵਿਊਜ਼ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਸੱਚੀ ਸਾਨੂੰ ਨਹੀਂ ਪਤਾ। ਅਸੀਂ ਬੇਸ਼ੱਕ ਅਸੀਂ ਕਿੰਨਾ ਮਰਜ਼ੀ ਕਹਿ ਲਈਏ ਕਿ ਸਾਨੂੰ ਸਾਡੇ ਮੁਲਕ ਦੀ, ਸਾਡੇ ਦੇਸ਼ ਦੀ, ਸਾਡੇ ਆਪਣੇ ਸੱਭਿਆਚਾਰ ਦੀ ਵਿਰਾਸਤ ਆ ਜਿਹੜੀ, ਉਹ ਅਸੀਂ ਪੜ੍ਹਦੇ ਹਾਂ ਜਾਂ ਅਸੀਂ ਜਾਣਦੇ ਹਾਂ, ਪਰ ਨਹੀਂ ਜਾਣਦੇ ਅਸੀਂ, ਹੈ ਨਾ। ਹੁਣ ਕਿਤਾਬ ਲਿਖ ਰਹੇ ਹੋ ਆਪਣੀ ਸਵੈ ਜੀਵਨੀ? ਮੈਂ ਹੁਣ ਆਪਣੀ ਆਟੋਬਾਇਓਗ੍ਰਾਫੀ ਲਿਖ ਰਹੀ। ਅੱਛਾ। ਦੇ ਹੁਣ ਕਵਿਤਾਵਾਂ ਮੇਰੀਆਂ 50 ਹੋ ਚੁੱਕੀਆਂ ਨੇ, ਉਹ ਮੈਂ ਹੁਣ ਪਬਲਿਸ਼ ਹੋਣ ਦਿਆਂਗੀ। ਫਿਰ ਮੈਂ ਆਟੋਬਾਇਓਗ੍ਰਾਫੀ ਸ਼ੁਰੂ ਕਰ ਚੁੱਕੀ ਹੋਈ ਹਾਂ। ਬਸ ਹੌਲੀ ਹੌਲੀ ਜਿਹੜੇ ਥੋੜ੍ਹੇ ਈਵੈਂਟਸ ਨੇ ਉਹਨਾਂ ਨੂੰ ਮੈਂ ਰੀਕਲੈਕਟ ਕਰਕੇ, ਇਸੇ ਕਰਕੇ ਮੈਂ ਇਕੱਲੇ ਰਹਿ ਕੇ ਥੋੜ੍ਹਾ ਜਿਹਾ ਆਪਣਾ ਜਿਹੜਾ ਟਾਈਮ ਹੈ ਉਹ ਲਿਖਣ ਪੜ੍ਹਨ ਦੇ ਉੱਤੇ ਲਗਾ ਰਹੀ ਹਾਂ। ਪੰਜਾਬ ਦੀਆਂ ਔਰਤਾਂ ਤੇ ਵੀ ਕੋਈ ਕਿਤਾਬ ਲਿਖ ਰਹੇ ਹੋ? ਪੰਜਾਬ ਦੀਆਂ ਔਰਤਾਂ ਤੇ ਵੀ ਹੈ ਮੇਰੀ, ਉਹਦੇ 'ਚ ਮੈਂ ਥੋੜ੍ਹੇ ਕਰਕੇ ਕਰ ਰਹੀ ਹਾਂ। ਹਾਂਜੀ। ਜਿਸ ਤਰ੍ਹਾਂ ਮੈਂ ਐਗਰੀਕਲਚਰ ਦੇ ਵਿੱਚ ਜਿਹੜੀ ਵਿਮਨ ਦੀ ਕੰਟਰੀਬਿਊਸ਼ਨ ਸੀ ਉਹਨੂੰ ਮੈਂ ਥੋੜ੍ਹਾ ਜਿਹਾ ਇੱਕ ਪੇਪਰ ਲਿਖਿਆ ਹੈ। ਹਾਂਜੀ। ਤੇ ਇੱਕ ਮੈਂ ਵਿਮਨ ਦੀ ਪਾਰਟਿਸਪੇਸ਼ਨ ਦੇ ਉੱਤੇ ਲਿਖਿਆ ਹੈ, ਔਰ ਜਿਸ ਤਰ੍ਹਾਂ ਮੈਂ ਫੁਲਕਾਰੀ ਉੱਤੇ ਵੀ ਕੁਝ ਲਿਖਿਆ ਹੈ। ਹੂੰ ਫਿਰ ਮੈਂ ਹਿੰਦੁਸਤਾਨ ਦੀ ਪੂਰੀ ਐਮਬਰਾਇਡਰੀ ਦੇ ਉੱਤੇ ਵੀ ਕੀਤਾ ਕੰਮ। ਅੱਛਾ ਜੀ। ਉਹ ਮੈਂ ਲੈਕਚਰ ਦੇ ਕੇ ਆਈ ਹਾਂ ਭੋਪਾਲ ਦੇ ਵਿੱਚ ਜਾ ਕੇ। ਹਾਂਜੀ। ਉਹ ਸੀਗਾ ਐਮਬਰਾਇਡਰੀ ਦੀ ਕਲਚਰਲ ਹੈਰੀਟੇਜ ਆਫ ਇੰਡੀਆ। ਹੂੰ ਔਰ ਇੱਕ ਲੈਕਚਰ ਮੈਂ ਦਿੱਤਾ ਫੁਲਕਾਰੀ ਦੀ ਸੋਲ ਆਫ ਪੰਜਾਬ। ਹਾਂਜੀ। ਉਹਦੇ ਤੇ ਮੈਂ ਦੱਸਿਆ ਵੀ ਕਿਸ ਤਰ੍ਹਾਂ ਫੁਲਕਾਰੀ ਜਿਹੜੀ ਹੈ ਪੰਜਾਬ ਦੇ ਵਿੱਚ ਕਿੱਥੋਂ ਸ਼ੁਰੂ ਹੋਈ, ਕਿਸ ਤਰ੍ਹਾਂ ਇਹ ਪਟਿਆਲਾ ਦੀ ਨਹੀਂ ਹੈ, ਹੂੰ ਇਹ ਬਾਵਲਪੁਰ ਦੀ ਹੈ। ਹਾਂਜੀ। ਇਹ ਜਲਾਲਪੁਰ ਜਤਨ ਤੋਂ ਆਈ ਹੈ। ਬਿਲਕੁਲ। ਤੇ ਇੱਥੇ ਤਾਂ ਆ ਕੇ ਲੋਕਾਂ ਨੇ ਉਹ ਕੀਤੀ, ਔਰ ਮੁਲਤਾਨੀ ਲੋਕ ਲਿਆਏ ਨੇ, ਬਾਵਲਪੁਰੀ ਲੋਕ ਲਿਆਏ ਨੇ। ਪੜ੍ਹਨ ਤੋਂ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਕਸੀਦਾ ਪੰਜਾਬ ਦੀ ਕਢਾਈ ਆ, ਹੁਣੇ ਮੈਨੂੰ ਥੋੜੇ ਦਿਨ ਪਤਾ ਪਹਿਲਾਂ ਚੱਲਿਆ ਕਿ ਇਹ ਕਸ਼ਮੀਰ ਤੋਂ ਆਈ ਹੈ ਨਾ। ਤਾਂ ਬਹੁਤ ਕਸ਼ਮੀਰ ਤੋਂ ਵੀ ਤੇ ਮਿਲੇ ਜੁਲੇ ਟਾਂਕੇ ਨੇ ਜਿਹੜੇ ਲੋਕਾਂ ਨੇ ਸ਼ੁਰੂ ਕੀਤੇ ਨੇ। ਬਿਲਕੁਲ ਬਿਲਕੁਲ। ਸਾਰੇ ਅਗਰ ਤੁਸੀਂ ਹਿੰਦੁਸਤਾਨ ਦੇ ਟਾਂਕੇ ਦੇਖੋ ਤਾਂ ਤੁਸੀਂ ਬੜਾ ਇੰਜੋਏ ਕਰੋਗੇ, ਕਿਉਂਕਿ ਮੈਂ ਤੇ ਸਰਚ ਪਿੱਛੇ ਕੀਤੀ ਹੈ, ਉੱਥੇ ਭੋਪਾਲ ਲੈਕਚਰ ਦੇ ਕੇ ਆਈ ਹਾਂ ਤੇ ਬੜਾ ਮੈਂ ਇੰਜੋਏ ਕੀਤਾ। ਲੋਕਾਂ ਉੱਥੇ ਉਹਨਾਂ ਨੇ ਸੁਣ ਕੇ ਵੀ ਬੜਾ ਇੰਜੋਏ ਕੀਤਾ ਕਿ ਮੈਂ ਉਹਨਾਂ ਦੀ ਕਲਰ ਸਕੀਮ, ਥੀਮ ਔਰ ਮੋਟਿਵਸ ਸੇਮ ਨੇ, ਚਾਹੇ ਪੰਜਾਬ ਦੀ ਔਰਤ ਹੈ, ਚਾਹੇ ਹਰਿਆਣਾ ਦੀ ਔਰਤ ਹੈ, ਚਾਹੇ ਉੱਤਰ ਪ੍ਰਦੇਸ਼ ਦੀ ਔਰਤ ਹੈ, ਸੇਮ ਥੀਮ ਹੈ। ਬੜੀ ਸਟ੍ਰੇਂਜ ਗੱਲ ਹੈ। ਕਵਿਤਾ ਸੁਣਾਉਂਗੇ ਹੁਣ ਜਾਣ ਤੋਂ ਪਹਿਲਾਂ? ਦੋ ਲਾਈਨ ਜ਼ਰੂਰ ਸੁਣਾਵਾਂਗੀ। ਇਹ ਤੁਸੀਂ ਖਾਸ ਕਰਕੇ ਮੈਨੂੰ ਇਹ ਕੁਐਸਚਨ ਕੀਤਾ ਵੀ ਤੁਸੀਂ ਇਕੱਲੇ ਕਿਵੇਂ ਰਹਿ ਲੈਂਦੇ ਹੋ। ਮੁਸ਼ਕਿਲ ਜ਼ਰੂਰ ਹੈ, ਪਰ ਕੰਸਟਰਕਟਿਵ ਅਗਰ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰੀਏ ਜਾਂ ਕੁਛ ਨਾ ਕੁਛ ਕਰਦੇ ਰਹੀਏ ਤਾਂ ਕਰ ਹੀ ਸਕਦੇ ਹਾਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਸੋ ਮੈਂ ਤੁਹਾਨੂੰ ਇਹ ਕਵਿਤਾ ਸੁਣਾ ਰਹੀ ਹਾਂ। ਹਿੰਦੀ 'ਚ ਮੈਂ ਲਿਖਦੀ ਹਾਂ, ਪੰਜਾਬੀ ਵੈਸੇ ਮੈਂ ਪੜ੍ਹ ਲਿਖ ਲੈਂਦੀ ਹਾਂ, ਉਹ ਕਰ ਲੈਂਦੀ ਹਾਂ। ਸਟੋਰੀ ਰਾਈਟਿੰਗ ਮੇਰਾ ਪੰਜਾਬੀ 'ਚ ਵੀ ਹੈ ਤੇ ਪਰ ਕਵਿਤਾਵਾਂ ਮੈਂ ਹਿੰਦੀ ਵਿੱਚ ਕੀਤੀਆਂ ਨੇ। ਇਹ ਮੇਰੀ ਜਿਹੜੀ ਕਵਿਤਾ ਦਾ ਟਾਈਟਲ ਹੈ ਖਾਲੀਪਨ ਬਹੁਤ ਅਖਰਤਾ ਹੈ। ਮੈਂ ਅੱਜ ਕੱਲ੍ਹ ਰਿਟਾਇਰ ਹੋਣ ਤੋਂ ਬਾਅਦ ਮੈਂ ਹੁਣ ਖਾਲੀ ਹੋ ਗਈ ਤਾਂ ਮੈਨੂੰ खालीपन बहुत अखरता है। जीवन की इस धूसर बेला में, धूसर बेला मतलब ओल्ड एज, जीवन की इस धूसर बेला में खालीपन बहुत अखरता है। जीवन की इस धूसर बेला में खालीपन बहुत अखरता है। ना जाने क्यों ढलता सूरज बेहद नीरस लगता है। ना जाने क्यों ढलता सूरज बेहद नीरस लगता है। ਵੈਸੇ ਤਾਂ ਸ਼ਾਮ ਲੋਕ ਸੈਲੀਬ੍ਰੇਟ ਕਰਦੇ ਨੇ ਕਿਉਂਕਿ ਸ਼ਾਮਾਂ ਹੀ ਰੰਗੀਨ ਹੁੰਦੀਆਂ ਨੇ। ਇਹ ਕਿਹਾ ਜਾਂਦਾ ਹੈ, ਚਾਹੇ ਉਹ ਕਿਸੇ ਵੀ ਏਰੀਆ ਦੀ ਹੋ ਜਾਏ, ਉਹ ਕਹਿੰਦੇ ਵੀ ਜਿਹੜੀ ਸ਼ਾਮੇ ਬਜ਼ਮ ਹੈ, ਮਹਿਫਿਲ ਹੈ, ਉਹ ਸ਼ਾਮ ਨੂੰ ਸਜਦੀ ਹੈ। ਪਰ ਮੇਰੇ ਵਾਸਤੇ ਜਿਹੜੀ ਢਲਦਾ ਸੂਰਜ ਜਿਹੜਾ ਹੈ ਉਹ ਬੇਹੱਦ ਨੀਰਸ ਲੱਗਦਾ ਹੈ। ਨਾ ਜਾਣੇ ਕਿਉਂ ढलता सूरज बेहद नीरस लगता है। चिरकाल से इंतज़ार में तेरी प्रेमिका लौट क्यों नहीं आते हो। चिरकाल से इंतज़ार में तेरी प्रेमिका लौट क्यों नहीं आते हो। देख रही हूँ सांझ ढले, देख रही हूँ सांझ ढले, उड़ते नभचर भी पक्षी, उड़ते नभचर भी लौट रहे कुंजों की डारों में। क्योंकि मैं शाम ਨੂੰ रोज़ देखदी हाँ भी पक्षी भी शाम ਨੂੰ घर आ रहे ने, मेरा घर कोई नहीं आने वाला। मेरा जिहड़ा हसबैंड है या मेरा जिहड़ा प्रेमी है वो तो घर नहीं आएगा। पक्षी भी घर जा रहे हैं पर मेरे घर कोई आने वाला नहीं है शाम ਨੂੰ। देख रही हूँ सांझ ढले, उड़ते नभचर भी
लौट रहे कुंजों की डारों में, जीवन की इस धूसर बेला में खालीपन बहुत अखरता है। ना जाने क्यों ढलता सूरज बेहद नीरस लगता है। जब तुम्हारी यादों में चित्त उदास हो जाता है, सायंकाल का मटियाला रंग बेहद फीका लगता है। जीवन की इस धूसर बेला में खालीपन बहुत अखरता है। ना जाने क्यों ढलता सूरज बेहद नीरस लगता है। जीवन की इस धूसर बेला में खालीपन बहुत अखरता है। ना जाने क्यों ढलता सूरज बेहद नीरस लगता है। ਕਵਿਤਾ ਬਹੁਤ ਸੋਹਣੀ ਹੈ। ਕਿਤੇ ਨਾ ਕਿਤੇ ਅਸੀਂ ਜਿੰਨਾ ਮਰਜ਼ੀ ਇਨਕਾਰ ਕਰੀਏ, ਪਰ ਤੁਹਾਡੇ ਮਨ ਦੇ ਭਾਵ ਨੇ ਜਿਹੜੇ ਉਹ ਜ਼ਰੂਰ ਦੱਸਦੇ ਨੇ ਕਿ ਕਿਸੇ ਦਾ ਤੁਰ ਜਾਣਾ ਜ਼ਿੰਦਗੀ ਦੇ ਵਿੱਚ ਕਿੰਨਾ ਖਾਲੀਪਨ ਭਰ ਦਿੰਦਾ ਉਹ ਤੇ ਵੈਕਿਊਮ ਕੋਈ ਵੀ ਨਹੀਂ ਫਿਲ ਕਰ ਸਕਦਾ। ਉਹ ਵੈਕਿਊਮ ਕੋਈ ਨਹੀਂ ਭਰ ਸਕਦਾ। ਇੰਨੇ 40 ਸਾਲ ਹੋ ਚੱਲੇ ਨੇ ਉਹਨਾਂ ਦੀ ਡੈਥ ਹੋਏ, ਤੇ ਇਹ 40 ਸਾਲਾਂ ਦੇ ਵਿੱਚ ਮੈਂ ਪੜ੍ਹਨ ਲਿਖਣ ਦੇ ਵਿੱਚ, ਆਪਣੀ ਫੈਮਿਲੀ ਨੂੰ, ਬੱਚਿਆਂ ਨੂੰ ਸੈਟਲ ਕਰਨ ਦੇ ਵਿੱਚ ਲੱਗੀ ਰਹੀ, ਸਟੂਡੈਂਟਸ ਨੂੰ PhD ਕਰਾਉਣ 'ਚ ਲੱਗੀ ਰਹੀ। ਸੋ ਹੁਣ ਫ੍ਰੀ ਹੋ ਕੇ ਥੋੜ੍ਹਾ ਜਿਹਾ ਮੈਂ ਇਹ ਪੋਇਟਰੀ ਔਰ ਆਪਣੀ ਜਿਹੜੀ ਲਾਈਫ ਨੂੰ ਅਕਸ਼ਰਾਂ ਦੇ ਵਿੱਚ, ਕਾਗਜ਼ਾਂ ਦੇ ਉੱਤੇ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਵੀ ਤਾਂ ਕਿ ਮੈਂ ਕੁਝ ਲਿਖ ਕੇ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਮੈਂ ਛੱਡ ਦਿਆਂ, ਵੀ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਮੇਰੀ ਵੀ ਇੱਕ ਪ੍ਰੇਮ ਕਹਾਣੀ ਸੀ ਜਿਹੜੀ ਪੰਜਾਬ ਯੂਨੀਵਰਸਿਟੀ ਤੋਂ ਸ਼ੁਰੂ ਹੋਈ, ਔਰ ਕਿਸ ਤਰ੍ਹਾਂ ਸਾਡੀ ਇਹ ਅਧੂਰੀ ਰਹਿ ਗਈ, ਜਾਂ ਕਿਸ ਤਰ੍ਹਾਂ ਮੈਂ ਲਾਈਫ ਦੇ ਵਿੱਚ ਸਫ਼ਰ ਕੀਤਾ, ਇਹ ਮੈਂ ਦੱਸਣਾ ਚਾਹੁੰਦੀ ਹਾਂ ਲੋਕਾਂ ਨੂੰ। ਇਹ ਕਿਤਾਬ ਇਹਨਾਂ ਦੀ, ਜਿਹਨੂੰ ਇਹ ਪੰਜਾਬੀ 'ਚ ਟਰਾਂਸਲੇਟ ਵੀ ਕਰਵਾ ਰਹੇ ਨੇ, ਤੇ ਉਮੀਦ ਹੈ ਕਿ ਜਦੋਂ ਇਹ ਕਿਤਾਬ ਪੰਜਾਬੀ 'ਚ ਆਏਗੀ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਇਸ ਕਿਤਾਬ ਦੀ ਪਹੁੰਚ ਹੋਵੇ ਤੇ ਲੋਕ ਇਹਨਾਂ ਨੂੰ, ਇਸ ਕਿਤਾਬ ਨੂੰ ਪੜ੍ਹਨ। ਮੈਮ, ਇਹੀ ਚਾਹੂੰਗੀ ਮੈਂ ਤਾਂ ਕਿ ਜਿਹੜਾ ਕੰਮ ਤੁਸੀਂ 1980 ਦੇ ਦੌਰਾਨ ਵਿੱਢਿਆ ਹੈ ਨਾ, ਆਪਣੀ PhD ਦੇ ਦੌਰਾਨ, ਉਹ ਤੁਸੀਂ ਵੱਧ ਤੋਂ ਵੱਧ ਉਹਦੇ ਉੱਪਰ ਲਿਖੋ। ਹਾਂਜੀ। ਤੇ ਹਰ ਉਸ ਪਰਿਵਾਰ ਨੂੰ ਵੀ ਚਾਹੀਦਾ ਹੈ ਕਿ ਜ਼ਿੰਦਗੀ ਦੇ ਵਿੱਚ ਜਿੱਥੇ ਕਿਤੇ ਕਿਸੇ ਕੁੜੀ ਨਾਲ ਕੋਈ ਐਵੇਂ ਦਾ ਹਾਦਸਾ ਵਾਪਰੇ ਤਾਂ ਉਹ ਤੁਹਾਡੇ ਪਰਿਵਾਰ ਦੀ ਤਰ੍ਹਾਂ ਹੀ ਸਪੋਰਟ ਕਰੇ, ਤਾਂ ਜੋ ਕੁੜੀਆਂ ਨੇ ਜਿਹੜੀਆਂ ਘਰਾਂ 'ਚ ਬੰਦ ਹੋ ਕੇ ਨਾ ਰਹਿ ਜਾਣ। ਉਹਨਾਂ 'ਚੋਂ ਹਰ ਇੱਕ ਕੁੜੀ 'ਚੋਂ ਅਸੀਂ ਮੰਜੂ ਵਰਮਾ ਜੀ ਨੂੰ ਦੇਖੀਏ, ਹੈ ਨਾ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਉਮੀਦ ਹੈ ਕਿ ਇਹ ਰਾਬਤਾ ਜਿਹੜਾ ਅਗਲੇ ਸਮੇਂ ਲਈ ਵੀ ਬਣਿਆ ਰਹੂਗਾ। ਸਤਿ ਸ਼੍ਰੀ ਅਕਾਲ। ਮੈਂ ਵੀ ਸਤਿ ਸ਼੍ਰੀ ਅਕਾਲ। ਮੈਂ ਵੀ ਤੁਹਾਡਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਕਿ ਤੁਸੀਂ ਮੇਰੀ ਲਾਈਫ ਨੂੰ ਔਰ ਮੇਰੀ ਕੰਟਰੀਬਿਊਸ਼ਨ ਨੂੰ ਹਾਈਲਾਈਟ ਕਰਨ ਵਾਸਤੇ ਲੋਕਾਂ ਨੂੰ ਤੁਸੀਂ ਦੱਸਣਾ ਚਾਹੁੰਦੇ ਹੋ। ਮੈਨੂੰ ਵੀ ਬਹੁਤ ਅੱਛਾ ਲੱਗੇਗਾ ਕਿ ਜੇ ਮੇਰੀ ਲਾਈਫ ਦੀ ਜਿਹੜੀ ਕੰਟਰੀਬਿਊਸ਼ਨ ਹੈ ਜਾਂ ਮੇਰਾ ਜਿਹੜਾ ਹਾਰਡ ਵਰਕ ਹੈ, ਅਗਰ ਉਹ ਇੱਕ ਲੜਕੀ ਨੂੰ ਵੀ ਮੋਟੀਵੇਟ ਕਰ ਸਕਦਾ ਹੈ ਤੇ ਮੇਰੇ ਵਾਸਤੇ ਬਹੁਤ ਵੱਡੀ ਖੁਸ਼ਕਿਸਮਤੀ ਹੋਏਗੀ। ਸੋ ਮੈਂ ਵੀ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫੇਰ ਤੋਂ ਧੰਨਵਾਦ ਕਰਦੀ ਹਾਂ, ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇੱਥੇ ਮੇਰੇ ਲਈ ਜਾਣਨ ਵਾਸਤੇ ਮੈਨੂੰ ਆਏ ਹੋ, ਮਿਲਣ ਲਈ ਆਏ ਹੋ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।